ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾ ਹੈ ਭੀ ਸਚ ਨਾਨਕ ਹੋਸੀ ਭੀ ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕਾ ਬੰਦਨਾ ਚਰਨਨ ਪਰ ਤਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ ਚਿਤ੍ਰ ਪਦਾ ਛੰਦ ਤ੍ਰਾਣ ਕਰੈ ਨਿਜ ਦਾਸਨ ਕੀ ਭਵ ਬੰਧਨ ਤੋਰ ਦਾਦੁ ਨਿਰਬਾਣ ਬਾਣ ਕੋ ਦੰਡ ਪ੍ਰਚੰਡ ਕਰੇ ਗਜ ਸੁੰਡ ਮਨੋ ਭੁਜ ਦੰਡ ਪ੍ਰਮਾਣ ਮਾਨ ਨਿਮਾਨਣ ਹਾਣ ਅਰੀ ਗਣ ਬਾਣ ਸਦਾ ਜਨ ਆਯੁਧ ਪਾਣ ਪਹਿੰਦਣ ਗੋਬਿੰਦ ਸਿੰਘ ਗੁਰੂ ਬਰ ਬੀਰ ਤਰੈ ਅਤ ਤ੍ਰਾਣ ਤ੍ਰਾਣ ਕਰੈ ਨਿਜ ਦਾਸਨ ਕੀ। ਵਾਹਿਗੁਰੂ ਜੀ ਕਾ ਖਾਲਸਾ ਗੁਰੂ ਗਰੀਬ ਨਵਾਜ ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ 10 ਪਾਤਸ਼ਾਹੀਓਂ ਜੀ ਕੇ
ਪਾਵਨ ਪਵਿੱਤਰ ਸਵਰੂਪ ਕਰੁਣਾ ਦੇ ਨਿਧਾਨ ਜਗ ਦਾਤੇ ਗੁਰੂ ਗਰੀਬ ਨਵਾਜ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੇ ਪਾਠ ਦਰਸ਼ਨ ਦੀਦਾਰ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਵਡਭਾਗੇ ਹੋ ਜਿਨ੍ਹਾਂ ਨੂੰ ਸੰਧਿਆ ਦੇ ਸਜ ਰਹੇ ਦੀਵਾਨ ਅੰਦਰ ਸੱਚੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨੇ ਦਾ ਪਾਵਨ ਪਵਿੱਤਰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਿਨ ਕੇ ਭਾਗ ਵੱਡੇ ਹੈ ਭਾਈ ਤੈਨ ਸਾਧੂ ਸੰਗ ਮੁਖ ਜੁਰੇ। ਗੁਰੂ ਗਰੀਬ ਨਵਾਜ ਦੀ ਮਹਾਨ ਕਿਰਪਾ ਸਦਕਾ ਆਪ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ। ਜਗ ਦਾਤੇ ਭਗਤ ਵਛਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਸ਼ਰਵਣ ਕਰਨ ਵਾਸਤੇ ਆਪ ਸਭਾ ਤਮਾਈ ਪਾਈ ਸੰਗਤਾਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਪਰ ਗਰੀਬ ਨਵਾਜ ਦੀ ਪਾਵਨ ਪਵਿੱਤਰ ਸੋਭਾ ਸ਼ਰਵਣ ਕਰਦਿਆਂ ਹੋਇਆਂ ਆਪਣਾ ਜੀਵਨ ਸਫਲਾ ਬਣਾਉਂਦੇ ਹੋ। ਪਿੱਛੇ ਜੋ ਜਥਾ ਪ੍ਰਸੰਗ ਆਪ ਦੀਆਂ ਸ਼ਰਵਣ ਕੀਤਾ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਨਿਤ ਕਿਰਿਆ ਉਪਰੰਤ ਕਵੀ ਦੀਆਂ ਜੋ ਮਹਾਰਾਜ ਦਾ ਸਿੱਧਾਂ ਨਾਲ ਮੇਲ ਹੋਣਾ ਜਿਵੇਂ ਲਿਖਿਆ ਕੀਤਾ, ਸਿੱਧਾਂ ਵਿਚਾਰ ਕੀਤੀ ਗੋਰਖਨਾਥ ਤੋਂ ਆਦਿਕ ਸਿੱਧਾਂ ਨੇ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬੜੇ ਵਾਲੀਏ ਕਾਇਨਾਤ ਅਜਮਤੀ ਗੁਰੂ ਹੋਏ ਹਨ। ਕੀ ਪੀਰ ਕੀ ਮੀਰ ਸਭ ਨੂੰ ਜਿੱਤਿਆ, ਕੋਈ ਨਹੀਂ ਤਿੰਨਾਂ ਦੇ ਅੱਗੇ ਅੜਿਆ। ਹੁਣ ਸੁਣਿਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਸੱਚਖੰਡ ਜਾ ਬਿਰਾਜੇ ਹੈ। ਉਹਨਾਂ ਦੀ ਥਾਵੇਂ ਕੌਣ ਗੁਰੂ ਹੈ? ਉਹਨਾਂ ਆਪਦੀ ਮਹਾਨ ਗੁਰਤਾ ਕਿਸ ਨੂੰ ਬਖਸ਼ਿਸ਼ ਕੀਤੀ ਹੈ ਕਿ ਉਹ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵਾਂਗ ਹੀ ਅਜ਼ਮਤ ਰੱਖਦੇ ਆ। ਪਰਖ ਕਰਨ ਵਾਸਤੇ ਖਾਲਸਾ ਜੀ ਇਹ ਸਿੱਧ ਜਿਹੜੇ ਵੈ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਪਹੁੰਚੇ। ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦਿਦਾਰੇ ਕੀਤੇ, ਮਹਾਰਾਜ ਨੂੰ ਨਮਸਕਾਰਾਂ ਕੀਤੀਆਂ। ਉਪਰੰਤ ਗੋਰਖਨਾਥ ਵਰਗੇ ਜੋਗੀ ਮਹਾਰਾਜ ਨੂੰ ਫਿਰਿਓ ਕਹਿ ਰਹੇ ਆ ਕਿ ਮਹਾਰਾਜ ਜਿਹੜਾ ਯੋਗ ਦੇ 8 ਅੰਗ ਹਨ, ਤੁਹਾਡੇ ਘਰ ਵਿੱਚ ਯੋਗ ਸਾਧਨਾ ਬਾਬਤ ਕੁਝ ਨਹੀਂ ਦੱਸਿਆ ਜਾਂਦਾ, ਜਿਸ ਕਰਕੇ ਯੋਗ ਸਾਧਨਾ ਤੋਂ ਬਿਨਾਂ ਤਾਂ ਬ੍ਰਹਮ ਗਿਆਨ ਮਿਲਣਾ ਨਾਮੁਮਕਿਨ ਹੈ। ਜਦੋਂ ਤੁਹਾਡੇ ਘਰ ਵਿੱਚ ਬ੍ਰਹਮ ਗਿਆਨ ਨਾ ਹੋਵੇਗਾ, ਸਿੱਖਾਂ ਦਾ ਕਿਵੇਂ ਤੁਸੀਂ ਕਲਿਆਣ ਕਰੋਗੇ? ਕਿਉਂਕਿ ਤੁਸੀਂ ਯੋਗ ਸਿੱਧ ਜਿਹੜੇ ਵੈ ਜਾਂ ਯੋਗ ਸਾਧਨਾ ਨਾਲ ਜੁੜੇ ਹੀ ਨਹੀਂ, ਦੱਸਦੇ ਹੀ ਨਹੀਂ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਫਿਰ ਕਿਰਪਾ ਕਰ ਦੱਸਿਆ, ਹੈ ਸਿੱਧੋ ਹੁਣ ਭਾਈਓ ਸਮਾਂ ਨਹੀਂ, ਹੁਣ ਕਲਯੁਗ ਹੈ, ਨਾਮ ਜਪਣ ਦਾ ਵੇਲਾ ਹੈ। ਅਸੀਂ ਆਪਦੇ ਸਿੱਖਾਂ ਨੂੰ ਯੋਗ ਮਾਰਗ ਨਹੀਂ ਜਾਂ ਯੋਗ ਸਾਧਨਾ ਨਹੀਂ, ਭਗਤੀ ਯੋਗ ਦੱਸਦੇ ਵਾਂ। ਨਾਮ ਜਪਣ ਦੀ ਜੁਗਤੀ, ਨਾਮ ਜਪਣ ਦੀ ਜਿਹੜੀ ਮਹਿਮਾ ਹੈ ਉਹੀ ਸਭ ਤੋਂ ਸ੍ਰੇਸ਼ਟ ਉੱਤਮ ਹੈ। ਤੋ ਇਹਨਾਂ ਫਿਰ ਪੁੱਛਿਆ ਮਹਾਰਾਜ ਕਿਵੇਂ ਉੱਤਮ ਹੋਈ? ਫਿਰ ਗਰੀਬ ਨਵਾਜ ਜੀਆਂ ਖਾਲਸਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪਾਵਨ ਪਵਿੱਤਰ ਸ਼ਬਦ ਸੋਹੀ ਰਾਗਣੀ ਅੰਦਰ ਬਖਸ਼ਿਸ਼ ਕੀਤਾ, ਅੰਜਨ ਮਾਹੇ ਨਿਰੰਜਨ ਪਾਈਐ, ਅੰਜਨ ਮਾਹੇ ਨਿਰੰਜਨ ਰਹੀਆ, ਜੋਗ ਜੁਗਤ ਇਵ ਪਾਈਐ। ਇਹ ਮਹਾਰਾਜ ਨੇ ਬਖਸ਼ਿਸ਼ ਕੀਤੀ। ਇਸ ਤੋਂ ਬਾਅਦ ਸਿੱਧਾਂ ਦੀ ਖਾਲਸਾ ਜੀ ਨਿਵਰਤੀ ਹੋਈ, ਸ਼ੰਕੇ ਸਾਰੇ ਨਿਵਰਤ ਹੋਏ। ਉਸ ਤੋਂ ਬਾਅਦ ਇੱਥੇ ਬਾਬਰ ਦਾ ਪੁੱਤਰ ਖਾਲਸਾ ਜੀ ਜਦੋਂ 2 ਸਕੇ ਭਰਾਵਾਂ ਪਠਾਣਾ ਤੋਂ ਹਾਰਿਆ, ਦਿੱਲੀ ਦਾ ਤਖਤ ਛੱਡ ਕੇ ਭੱਜਿਆ ਵੈ, ਜੰਗ ਦੇ ਮੈਦਾਨ ਚੋਂ ਨੱਠ ਆਇਆ ਸੀ। ਇਹਨੇ ਆਪਦੇ ਵਜ਼ੀਰਾਂ ਨੂੰ ਪੁੱਛਿਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਬੜੇ ਕਹਿੰਦੇ ਮਹਾਨ ਗੁਰੂ ਹੋਏ ਆ,
ਸਾਡੇ ਪਿਤਾ ਨੂੰ ਉਹਨਾਂ ਦਾ ਵਰਦਾਨ ਸੀ ਵੀ ਤੁਹਾਡੀਆਂ 7 ਪੁਸ਼ਤਾਂ ਰਾਜ ਕਰਨਗੀਆਂ। ਉਹਨਾਂ ਦਾ ਬਚਨ ਕਹਿੰਦੇ ਆ ਝੂਠਾ ਨਹੀਂ ਜਾਂਦਾ, ਖਾਲੀ ਨਹੀਂ ਜਾਂਦਾ, ਤੇ ਸਾਡੀ ਤਾਂ ਦੂਜੀ ਪੁਸ਼ਤ ਤੋਂ ਹੀ ਰਾਜ ਖੁੱਸ ਗਿਆ। ਪੁੱਛੀ ਉਹਨਾਂ ਨੂੰ, ਕਹਿੰਦੇ ਜੀ ਉਹ ਤਾਂ ਸੱਚਖੰਡ ਪਿਆਨਾ ਕਰ ਗਏ ਆ। ਕੌਣ ਉਹਨਾਂ ਦੀ ਥਾਵੇਂ? ਕਹਿੰਦੇ ਦੂਸਰੇ ਗੁਰੂ ਨਾਨਕ ਪਾਤਸ਼ਾਹ ਦਾ ਸਰੂਪ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤਖਤ ਤੇ ਸੁਭਾਏਮਾਨ ਹਨ। ਇਹ ਫਿਰ ਹਮਾਯੂ ਖਾਲਸਾ ਜੀ ਇੱਥੇ ਖਡੂਰ ਸਾਹਿਬ ਪਹੁੰਚਾ। ਆਣ ਮਹਾਰਾਜ ਦੇ ਦਰਸ਼ਨ ਕੀਤੇ। ਗੁਰੂ ਗਰੀਬ ਨਵਾਜ ਉਸ ਸਮੇਂ ਬੱਚਿਆਂ ਦਾ ਜਿਹੜੇ ਵੇ ਉਹ ਕੇਲ ਵੇਖ ਰਹੇ ਵੈ, ਕੌਤਕ ਵੇਖ ਰਹੇ ਵੈ, ਗੁਰਮੁਖੀ ਪੜ੍ਹਾ ਰਹੇ ਵੈ। ਹਜ਼ੂਰ ਬਹੁਤਾ ਸਮਾਂ ਸਾਧ ਸੰਗਤ ਜੀ ਬੱਚਿਆਂ ਵਿੱਚ ਬਤੀਤ ਕਰਿਆ ਕਰਦੇ। ਇਹਨੇ ਆਣ ਕੇ ਖਾਲਸਾ ਜੀ ਨਮਸਕਾਰ ਕੀਤੀ, ਹੱਥ ਜੋੜ ਕੇ ਖੜਾ ਰਿਹਾ। ਕਿਉਂ? ਬਾਦਸ਼ਾਹ ਬਣ ਕੇ ਜੂ ਆਇਆ ਸੀ। ਗਰੀਬ ਨਵਾਜ ਨੇ ਕੁਝ ਵੇਖਿਆ ਹੀ ਨਹੀਂ, ਜਰਾ ਮਾਤਰ ਵੀਰ ਨੂੰ ਤਰਜੀਹ ਨਹੀਂ ਦਿੱਤੀ ਵੀ ਕੋਈ ਬਾਦਸ਼ਾਹ ਆਇਆ। ਇੱਕ ਰਾਸ ਉਹ ਬੱਚਿਆਂ ਨਾਲ ਹੀ ਮਹਾਰਾਜ ਪਰਚੇ ਰਹੇ। ਹਮਾਯੂ ਮਨ ਵਿੱਚ ਬੜਾ ਹੰਕਾਰੀ ਕ੍ਰੋਧੀ ਹੋਇਆ। ਕਹਿੰਦਾ ਕਿਉਂ ਨਾ ਇਹ ਮਾਰ ਕੇ ਤਲਵਾਰ ਇਹਨਾਂ ਦਾ ਸਿਰ ਵੱਢ ਦਈਏ, ਫੇਰ ਇਹਨਾਂ ਨੂੰ ਪਤਾ ਲੱਗੇ ਵੀ ਕੌਣ ਆਇਆ। ਐਡਾ ਮੈਂ ਬਾਦਸ਼ਾਹ ਦਿੱਲੀ ਤਖਤ ਦਾ, ਤੇ ਇੱਕ ਮੈਂ ਹਾਰ ਖਾ ਕੇ ਜਾਂ ਮੇਰਾ ਰਾਜ ਖੁੱਸ ਗਿਆ, ਦੁਖੀ ਵਾਂ। ਦੂਜਾ ਇੱਥੇ ਆਇਆ ਤੇ ਇਹਨਾਂ ਨੇ ਕੋਈ ਬਾਤ ਨਹੀਂ ਪੁੱਛੀ, ਮੇਰੇ ਵੱਲ ਵੇਖਿਆ ਤੀਕਰ ਨਹੀਂ। ਇਹ ਮਨ ਵਿੱਚ ਸ਼ੰਕਾ ਕਰਕੇ ਤੇ ਨੇ ਖਾਲਸਾ ਜੀ ਤਲਵਾਰ ਨੂੰ ਹੱਥ ਪਾਇਆ। ਉਹ ਜਦੇ ਹੱਥ ਪਾਇਆ ਤਦੇ ਹੀ ਜੁੜ ਗਿਆ ਨਾਲ ਹੀ। ਫਿਰ ਖਿੱਚਦਾ ਹੋਇਆ ਹੱਥੋਂ ਛੁੱਟੇ ਨਾ। ਇਹਨੂੰ ਪਤਾ ਲੱਗਿਆ ਵੀ ਮੈਂ ਕੀਤੀ ਤਾਂ ਮੂਰਖਤਾ ਹੀ ਹੈ, ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਆ ਕੇ ਜਿਹੜੀ ਆਪ ਹੁਦਰੀ ਕੀਤੀ ਵੈ। ਫਿਰ ਸਾਧ ਸੰਗਤ ਦੀ ਮਨ 'ਚ ਹੀ ਪਛਤਾਉਣ ਲੱਗਿਆ। ਕਹਿੰਦਾ ਓਹੋ, ਇਹ ਕੀ ਝਲੱਤ ਮਾਰ ਬੈਠਾ ਵਾਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਤਾਂ ਸਾਡੀਆਂ ਪੁਸ਼ਤਾਂ ਨੂੰ ਰਾਜ ਬਖਸ਼ਿਸ਼ ਕੀਤਾ, ਤੇ ਮੈਂ ਜਿਹੜਾ ਵਾ ਇਹ ਕਿਹੜੇ ਜਿਹੜੇ ਵਾ ਪਾਪਾਂ ਦਾ ਖਰੇ ਭਾਗੀ, ਕਿਸੇ ਪਿਛਲੇ ਜਨਮ ਦਾ ਖੋਟਾ ਕਰਮ ਉਗੜ ਕੇ ਅੱਗੇ ਆਇਆ, ਮੈਂ ਆਪ ਹੁਦਰੀ ਕੀਤੀ। ਇੰਨੀ ਵਿਚਾਰ ਕੀਤੀ। ਜਦੋਂ ਹੁਣ ਦੀਨ ਮਾਣਾ ਹੋਇਆ, ਉਦੋਂ ਹੀ ਖਾਲਸਾ ਜੀ ਮਹਾਰਾਜ ਜੀਆਂ ਤਦੇ ਹੀ ਇਹਦੇ ਮਨ ਦੀ ਬੁੱਝ ਕੇ ਇਹਦੇ ਵੱਲ ਵੇਖਿਆ। ਆਖਿਆ ਹਮਾਯੂ, ਇੱਥੇ ਫਕੀਰਾਂ ਦੇ ਦਰ ਤੇ ਜਾਂ ਗੁਰੂ ਨਾਨਕ ਮਹਾਰਾਜ ਦੇ ਦਰ ਤੇ ਕੀ ਤੂੰ ਆਪਦੀ ਜੋਰ ਅਜਮਾਇਸ਼ ਮਰਦਾਨਗੀ ਵਿਖਾਉਣਾ ਹੈ? ਜੇ ਸੂਰਮਤਾ ਹੀ ਵਿਖਾਉਣੋ ਤੇ ਫਿਰ ਉਹ ਸਿੰਘਾਸਣ ਕਿਉਂ ਛੱਡਣਾ ਪੈਂਦਾ? ਪਠਾਣਾ ਤੋਂ ਕਿਉਂ ਦੌੜ ਆਇਆ? ਇਹ ਮਹਾਰਾਜ ਨੇ ਬਚਨ ਖਾਲਸਾ ਜੀ ਕੀਤੇ। ਝਾਟੀ ਚਰਨੀ ਡਿੱਗ ਪਿਆ। ਮਹਾਰਾਜ ਮੈਥੋਂ ਭੁੱਲ ਹੋਈ ਹੈ। ਸਤਿਗੁਰੂ ਜੀ, ਮੈਂ ਜਵਾਬ ਲੈਣ ਆਇਆ ਵਾਂ ਕਿ ਤੁਹਾਡੇ ਦਰ ਤੋਂ ਸਾਨੂੰ ਰਾਜ ਮਿਲਿਆ। ਲੰਮੀ ਜਿਹੜੀ ਵਾ ਉਹ ਪੁਸ਼ਤ ਦਾ ਰਾਜ ਸੀ, ਪਰ ਮਹਾਰਾਜ ਮੇਥੋਂ ਰਾਜ ਖੁੱਸ ਗਿਆ ਵੈ। ਗੁਰੂ ਅੰਗਦ ਪਾਤਸ਼ਾਹ ਜੀ ਕਹਿੰਦੇ ਹਮਾਯੂ, ਤੂੰ ਭਾਈ ਆਪ ਹੁਦਰੀਆਂ ਕਰਦਾ ਹੋਏਗਾ, ਇਹ ਤੇਰੇ ਤੋਂ ਜ਼ਰੂਰ ਜਿਹੜਾ ਵਾ ਉਹ ਕੋਈ ਹੋਈ ਵਾ ਪਰਮੇਸ਼ਰ ਦੇ ਜਾਂ ਕਹਿ ਲਓ ਨਿਆਂ ਕਰਨ ਵਿੱਚ ਤੇਥੋਂ ਖਿਆਤ ਪਈ ਵਾ, ਤੂੰ ਅਨਿਆਏ ਕਰਦਾ। ਤੋ ਸਾਧ ਸੰਗਤ ਜੀ ਫਿਰ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਉਹ ਪਾਪ ਪੁੱਛਿਆ, ਮਹਾਰਾਜ ਕਿਰਪਾ ਕਰੋ, ਤੁਸੀਂ ਪਹਿਲੇ ਜਾਮੇ ਅੰਦਰ ਸਾਨੂੰ ਰਾਜ ਬਖਸ਼ਿਸ਼ ਕੀਤਾ, ਹੁਣ ਵੀ ਦਇਆ ਕਰੋ। ਗੁਰੂ ਗਰੀਬ ਨਵਾਜ ਜੀਆਂ ਫਿਰ ਵਚਨ ਕੀਤਾ ਕਿ ਭਾਈ ਇਥੋਂ ਵਿਦੇਸ਼ਾਂ ਨੂੰ ਦੌੜ ਜਾ, ਉਥੋਂ ਕੋਈ ਥੋੜੀ ਬਹੁਤੀ ਫੌਜ ਇਕੱਠੀ ਕਰ, ਜਦੇ ਹੀ ਹਮਲਾ ਕਰੇਗਾ ਗੁਰੂ ਨਾਨਕ ਪਾਤਸ਼ਾਹ ਤੇਰੇ ਤੇ ਮਿਹਰਾਮਤ ਕਰਨਗੇ, ਤੈਨੂੰ ਫੇਰ ਰਾਜ ਮਿਲੇਗਾ। ਪਰ ਜੇ ਇੱਥੇ ਤਲਵਾਰ ਦੇ ਮੁੱਠੀ ਨੂੰ ਹੱਥ ਨਾ ਪਾਉਣੋ, ਤੈਨੂੰ ਹੁਣੇ ਹੀ ਅਸੀਂ ਜਿਹੜਾ ਵਾ ਤਖਤ ਦਵਾ ਦਿੰਦੇ ਦੁਬਾਰੇ ਫੇਰ। ਇਉਂ ਖਾਲਸਾ ਜੀ ਵਰੇ ਬਾਅਦ ਫਿਰ ਇਹਨੇ ਜਦੋਂ ਬਾਹਰ ਮਹਾਰਾਜ ਦਾ ਹੁਕਮ ਮੰਨ ਕੇ ਵਿਦੇਸ਼ਾਂ 'ਚੋਂ ਥੋੜੀ ਬਹੁਤ ਫੌਜ ਇਕੱਠੀ ਕੀਤੀ, ਫਿਰ ਜਦ ਚੜ੍ਹ ਕੇ ਆਇਆ ਤੇ ਇਹਨੂੰ ਗੁਰੂ ਨਾਨਕ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦੁਬਾਰਾ ਫਿਰ ਰਾਜ ਦੀ ਬਖਸ਼ਿਸ਼ ਕੀਤੀ। ਇਹ ਪ੍ਰਸੰਗ ਆਪਾਂ ਪਿੱਛੇ ਵਿਚਾਰਿਆ, ਅੱਗੇ ਜਥਾ ਪ੍ਰਸੰਗ ਆ ਰਿਹਾ। ਮਨ ਚਿਤ ਬਿਰਤੀਆਂ ਇਕਾਗਰ ਕਰੀਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਹਿਰਦੇ ਵਿੱਚ ਵਸਾਈਏ। ਸਭ ਸੰਗਤ ਰਸਨਾ ਕਰੋ ਜੀ ਪਵਿੱਤਰ, ਆਖਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚਿਤ੍ਰ ਪਦਾ ਛੰਦ ਤ੍ਰਾਣ ਕਰੈ ਨਿਜ ਦਾਸਨ ਕੀ। ਤੋ ਗਰੀਬ ਨਵਾਜ ਦੀ ਮਹਿਮਾ ਦਾ ਮੰਗਲ ਕਵੀ ਸੰਤੋਖ ਸਿੰਘ ਜੀ ਕਰਦੇ ਵੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੀ ਉਸਤਤੀ ਕਰਦੇ ਕਹਿ ਰਹੇ ਕਵੀ ਜੀ,
ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਐਸੇ ਵੈ ਤਰਾਣ ਕਰੈ ਨਿਜ ਦਾਸਨ ਕੀ। ਆਪਦੇ ਜਿਹੜੇ ਦਾਸ ਸਿੱਖ ਸੇਵਕ ਆ ਉਹਨਾਂ ਦੀ ਤਰਾਣ ਕਈ ਰੱਖਿਆ ਕਰਦੇ ਵੈ। ਮਹਾਰਾਜ ਫਿਕਰ ਕਰਦੇ ਵੈ, ਰੱਖਿਆ ਕਰਦੇ ਐ ਆਪਦੇ ਸਿੱਖਾਂ ਦੀ, ਆਪਦਿਆਂ ਦਾਸਾਂ ਸਿੰਘਾਂ ਦੀ। ਬੰਧਨ ਤੋਰ ਤਾਦ ਨਿਰਵਾਣ ਦਦੂ ਪਾਠ ਵੈ, ਇੱਥੇ ਦਲੈਂਕੜੇ ਮਿਟੇ ਹੋਏ ਵੈ। ਬੰਧਨ ਭਵ ਬੰਧਨ ਤੋਰ ਦਦੂ ਨਿਰਵਾਣ, ਕਿ ਜਿਹੜੇ ਸੰਸਾਰ ਦੇ ਬੰਧਨ ਖਾਲਸਾ ਦੀ ਜੀਵਾਂ ਨੂੰ ਪਏ ਹੋਏ ਵੈ, ਵਿਸ਼ੇਸ਼ ਕਰਕੇ ਮੋਹ ਦਾ, ਕਰਤਾ ਭੋਗਤਾ ਹੰਗਤਾ ਤੇ ਮਮਤਾ ਜਾਂ ਜੰਮਣ ਮਰਨ ਦੇ, ਇਹ ਜਿੰਨੇ ਬੰਧਨ ਪਏ ਹੋਏ ਜੀਵਾਂ ਨੂੰ ਸਾਰੇ ਤੋਰ ਦਦੂ ਕਈਏ ਦਿੰਦੇ ਵੈ। ਤੇ ਫਿਰ ਕੀ ਬਖਸ਼ਿਸ਼ ਕਰਦੇ ਆ? ਨਿਰਵਾਣ। ਨਿਰਵਾਣ ਖਾਲਸਾ ਜੀ ਮੁਕਤੀ ਹੈ। ਮੁਕਤੀ ਦੀ ਦਾਤ ਬਖਸ਼ਣ ਕਰਨ ਵਾਲੇ ਹਨ ਗੁਰੂ ਕਲਗੀਧਰ ਪਾਤਸ਼ਾਹ ਜੀ। ਇੱਕ ਤਾਂ ਆਪਦਿਆਂ ਦਾਸਾਂ ਦੀ ਜਿਹੜੀ ਸੇਵਕਾਂ ਦੀ ਫਿਕਰ ਕਰਦੇ ਵੈ, ਰੱਖਿਆ ਵੀ ਕਰਦੇ ਵੈ, ਤੇ ਕੱਲੀ ਰੱਖਿਆ ਹੀ ਨਹੀਂ, ਬੰਧਨਾਂ ਤੋਂ ਫਿਰ ਮਹਾਰਾਜ ਜੀ ਨਿਰਵਾਣ ਮੁਕਤ ਵੀ ਕਰ ਦਿੰਦੇ ਹਨ। ਜਿਵੇਂ ਖਾਲਸਾ ਜੀ ਪੂਨੇ ਸਤਾਰੇ ਦੀ ਜੇਲ੍ਹ ਦੇ ਵਿੱਚੋਂ ਬਾਲਾ ਰਾਓ ਰੁਸਤਮ ਰਾਓ ਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ ਉਹਨਾਂ ਦੇ ਬੰਧਨ ਤੋੜੇ ਤੋਂ ਆਜ਼ਾਦ ਕਰਵਾਇਆ। ਤਿਨਾਂ ਨੂੰ ਐਸੇ ਹਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ। ਗਾਜ ਸੁੰਡ ਮਨੋ ਪੁਜ ਦੰਡ ਪ੍ਰਮਾਣ ਛੱਡ ਗਿਆ, ਸੌਂ ਗਿਆ। ਬਾਣ ਕੁਦੰਡ ਪ੍ਰਚੰਡ ਧਰੇ, ਜਿਹੜੇ ਬਾਣ ਖਾਲਸਾ ਜੀ ਮਹਾਰਾਜ ਨੇ ਕੁਦੰਡ ਇੱਕ ਤਾਂ ਕਮਾਨ ਧਰਿਆ ਹੋਇਆ, ਤੇ ਪ੍ਰਚੰਡ ਕਹਿੰਦੇ ਤਿੱਖੇ ਨੂੰ ਬਾਣ ਤੀਰ। ਕੁਦੰਡ ਕਮਾਨ ਤੇ ਪ੍ਰਚੰਡ ਤਿੱਖੇ ਜਿਹੜੇ ਮਹਾਰਾਜ ਨੇ ਬਾਣ ਤੀਰ ਧਰੇ ਹੋਏ ਹਨ। ਭਾਵ ਕਿ ਗਰੀਬ ਨਵਾਜ ਸ਼ਸਤਰ ਧਾਰੀ ਯੋਧੇ ਆ। ਗਾਜ ਸੁੰਡ ਮਨੋ ਪੁਜ ਦੰਡ ਪ੍ਰਮਾਣ, ਤੇ ਮਹਾਰਾਜ ਦੇ ਜਿਹੜੇ ਖਾਲਸਾ ਜੀ ਬਾਹਾਂ ਹਨ ਪੁਜ, ਉਹ ਦੰਡੇਵਤ ਹਨ। ਬਹੁਤ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਭਾਰੀ ਬਲ ਵਾਲੇ, ਤੋ ਭੁਜਦੰਡ ਡੌਲਿਆਂ ਨੂੰ ਵੀ ਕਹਿੰਦੇ ਵੈ। ਜਾਂ ਮਹਾਰਾਜ ਦੀਆਂ ਜਿਹੜੀਆਂ ਬਾਹਾਂ ਵੈ ਉਹ ਕਿਵੇਂ ਦੀਆਂ ਹਨ, ਕਿਸ ਤਰ੍ਹਾਂ ਦੀਆਂ? ਕਵੀ ਜੀ ਕਹਿੰਦੇ ਗਜ ਸੁੰਡ ਮਨੋ, ਮਾਨੋ ਜਿਵੇਂ ਗਜ ਹਾਥੀ ਦੀ ਸੁੰਡ ਹੁੰਦੀ ਵੈ, ਇਹੋ ਜਿਹੀਆਂ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਮੋਟੀਆਂ ਤੇ ਲੰਮੀਆਂ ਬਾਹਾਂ। ਪ੍ਰਮਾਣ ਕਹੀਏ ਸਦਰਸ ਜਾਂ ਪਰ ਵਿਸ਼ੇਸ਼ ਕਰਕੇ ਮੰਨ ਲਓ ਭਾਈ। ਮਾਨ ਨਿਮਾਨਣ ਹਾਨ ਅਰੀ, ਗਰੀਬ ਨਵਾਜ ਜੀ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਆ। ਜਿਨ੍ਹਾਂ ਦੀ ਸੰਸਾਰ ਵਿੱਚ ਕੋਈ ਇੱਜ਼ਤ ਪਤ ਨਹੀਂ ਰਹਿੰਦੀ, ਉਹਨਾਂ ਨੂੰ ਸਤ ਸੰਗ ਜੀ ਮਾਣ ਬਖਸ਼ਿਆ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ। ਜਿਵੇਂ ਸਤ ਸੰਗ ਜੀ ਆ, ਹੁਣ ਹਿੰਦੂਆਂ ਦੇ ਜਦੋਂ ਇਹ ਪਠਾਣਾਂ ਦੇ ਜਾਂ ਤੁਰਕਾਂ ਦਾ ਰਾਜ ਸੀਗਾ, ਇਹ ਜਦੋਂ ਥੁੱਕ ਸੁੱਟਣੀ ਹੁੰਦੀ ਸੀ ਪਾਣ ਖਾ ਕੇ, ਤੇ ਕਹਿੰਦੇ ਸੀ ਹਿੰਦੂ ਲੱਭ ਕੇ ਲਿਆਓ। ਇਹਨਾਂ ਨੂੰ ਕਹਿੰਦੇ ਸੀ ਮੂੰਹ ਖੋਲੋ, ਤੁਹਾਡੇ ਇਹਨਾਂ ਦੇ ਮੂੰਹ ਵਿੱਚ ਖਾਲਸਾ ਜੀ ਥੁੱਕਦੇ ਰਹੇ ਆ ਜਰਵਾਣੇ। ਤੋ ਇਹੋ ਜਿਹਾ ਦੀ ਫਿਰ ਖਾਲਸਾ ਜੀ ਹੈ ਤਾਂ ਨਿਮਾਣੇ ਸੀ ਨਾ, ਉੱਥੇ ਹੱਥ ਜੋੜ ਕੇ ਬੈਠੇ ਰਹਿੰਦੇ ਸੀ। ਜੇ ਕੋਈ ਪਠਾਨ ਤਲਵਾਰ ਤਿੱਖੀ ਕਰਦਾ, ਕਹਿੰਦੇ ਕਿੰਨੀ ਕੁ ਧਾਰ ਬਣ ਗਈ, ਕਹਿੰਦੇ ਹੁਣੇ ਹੀ ਵੇਖ ਲੈਨੇ ਆ। ਜੇ ਕਿਸੇ ਨੇ ਖਾਲਸਾ ਜੀ ਉਹ ਹਿੰਦੂ ਲੰਘੇ ਆਉਣਾ, ਨਾ ਲੱਤ ਬਾਂਹ ਵੱਢਦੇ ਨਹੀਂ, ਕਹਿੰਦੇ ਹਾਂ ਹੁਣ ਪਰਖ ਹੋਈ ਆ ਵੀ ਕਿੱਡੀ ਧਾਰ ਤੇਜ ਆ। ਇਹੋ ਜਿਹਾ ਖਾਲਸਾ ਜੀ ਜਰਵਾਣਿਆਂ ਦਾ ਜ਼ੁਲਮੀ ਰਾਜ ਰਿਹਾ। ਤੇ ਜਿਹੜੇ ਨਿਮਾਣੇ ਸੀਗੇ, ਜਿਨ੍ਹਾਂ ਦੇ ਮੂੰਹ ਖਾਲਸਾ ਜੀ ਥੁੱਕ ਸੁੱਟਣ ਨੂੰ ਕੁੱਜੇ ਬਣਾਏ ਹੋਏ ਸੀ ਇਹਨਾਂ ਪਠਾਣਾਂ ਨੇ, ਮਾਣ ਨਿਮਾਨਣ ਹਾਨ ਕਰੀ। ਤੇ ਮਹਾਰਾਜ ਜੀ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਆ। ਹਾਨ ਅਰੀ, ਅਰੀ ਵੈਰੀ ਨੂੰ ਕਹਿੰਦੇ, ਵੈਰੀ ਦੁਸ਼ਟਾਂ ਦਾ ਸੱਚੇ ਪਾਤਸ਼ਾਹ ਜੀ ਨਾਸ਼ ਕਰਨ ਵਾਲੇ ਹਨ। ਗਣ ਬਾਣ ਸਦਾ ਜਨ ਆਯੁਧ ਪਾਣ, ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਦੀ ਜਿਹੜੀ ਬਾਣ ਖਾਲਸਾ ਦੀ ਆਦਤ ਜਾਂ ਸੁਭਾਅ ਕੀ ਵੈ, ਸਦਾ ਹਮੇਸ਼ਾ ਵਾਸਤੇ ਜਿਨ੍ਹਾਂ ਦਾ ਬਾਣ ਆਦਤ ਕੀ ਹੈ, ਆਯੁੱਧ ਪਾਣ, ਹੱਥ ਵਿੱਚ ਸ਼ਾਸਤਰ ਪਕੜ ਕੇ ਰੱਖਦੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ। ਜਦੋਂ ਸਾਧ ਸੰਗਤ ਜੀ ਮਹਾਰਾਜ ਤੇ ਨਾ ਜਿਹੜਾ ਵਾ ਉਹ ਵਾਰ ਕੀਤਾ ਵਾ ਛੁਪ ਕੇ, ਤੇ ਉਹ ਸਮੇਂ ਗੁਰੂ ਗਰੀਬ ਨਵਾਜ ਦੇ ਖਾਲਸਾ ਜੀ, ਕੁਝ ਕਵੀ ਕਹਿੰਦੇ ਵਾ ਵੀ ਮਹਾਰਾਜ ਸ਼੍ਰੀ ਸਾਹਿਬ ਦੇ ਖਾਲਸਾ ਜੀ ਮੁੱਠੇ ਵਿੱਚ ਹੱਥ ਪਾ ਕੇ ਬਰਾਜਦੇ ਸੀ ਜਦੋਂ ਰਾਤ ਨੂੰ ਜਿਹੜੇ ਵਾ ਵਿਸ਼ਰਾਮ ਕਰਦੇ ਸਨ। ਝਾਟੀ ਉਹ ਮਾਰ ਕੇ ਖਾਲਸਾ ਜੀ ਇੱਕ ਦੀ ਗਰਦਨ ਵੱਢ ਕੇ ਸੁੱਟ ਦਿੱਤੀ ਸੀ। ਗਰੀਬ ਨਵਾਜ ਨੇ ਦੂਸਰੇ ਨੂੰ ਸਿੰਘਾਂ ਪਕੜ ਲਿਆ।
ਸਦਾ ਜਿਨ੍ਹਾਂ ਦੀ ਆਦਤ ਸੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ, ਸ਼ਾਸਤਰਾਂ ਨੂੰ ਬਹੁਤ ਪ੍ਰੇਮ ਕਰਨ ਵਾਲੇ, ਸ਼ਾਸਤਰ ਧਾਰ ਕੇ ਰੱਖਣ ਵਾਲੇ ਸਨ। ਪਾਣਿਪ ਹਿੰਦਣ ਗੋਬਿੰਦ ਸਿੰਘ ਤੇ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਪਾਣ ਪਕਈਏ 10 ਤੰਗੀਰ, ਹੱਥ ਪਕੜਨ ਵਾਲੇ ਆ ਹਿੰਦਨ, ਹਿੰਦੂਆਂ ਦਾ, ਜਿਨ੍ਹਾਂ ਨੇ ਹਿੰਦੂਆਂ ਦੀ ਬਾਹ ਪਕੜੀ, ਹਿੰਦੂਆਂ ਦੀ ਰੁਲੀ ਪੱਗ ਨੂੰ ਇਹਨਾਂ ਦੇ ਸੀਸ ਤੇ ਰੱਖਣਾ ਕੀਤਾ। ਇਹੋ ਜਿਹੇ ਹਨ ਗੁਰੂ ਕਲਗੀਧਰ ਪਾਤਸ਼ਾਹ ਜੀ। ਗੋ ਕਹਿ ਲਈਏ ਸਾਧ ਸੰਗਤ ਜੀ, ਜਿਹੜੇ ਹਨੇਰੇ ਵਿੱਚ ਬਿੰਦ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਐ। ਗੁਰੂ ਬਰ ਬੀਰ ਤਰੈ ਅਤ ਤ੍ਰਾਣ ਐਸੇ ਗੁਰੂ ਗਰੀਬ ਨਵਾਜ ਸੂਰਬੀਰ ਹਨ, ਧਰੈ ਅਤ ਤ੍ਰਾਣ। ਤੇ ਇਸ ਪ੍ਰਕਾਰ ਖਾਲਸਾ ਜੀ ਇਹੋ ਜਿਹੇ ਹਨ, ਅਤ ਅਤਿਸੇ ਕਰਕੇ ਤ੍ਰਾਣ ਬਲ ਵਾਲੇ ਐ, ਜਿਹੜੇ ਬੜੇ ਜਿਹੜੇ ਵੈ ਖਾਲਸਾ ਜੀ 9 ਟੰਕੀ ਕਮਾਨ ਤੇ ਜਦੇ ਹੀ ਚੱਲੇ ਤੇ ਤੀਰ ਚਾੜ ਕੇ ਚਲਾਉਂਦੇ, 10-10 ਹਜ਼ਾਰ ਚੋਂ ਵਿਜਦੀ ਲੰਘਦਾ, ਏਡੇ ਬਲ ਵਾਲੇ ਸੂਰਬੀਰ ਯੋਧੇ। ਆਪਣੇ ਲਾਗੇ ਸ੍ਰੀ ਮੁਕਤਸਰ ਸਾਹਿਬ ਦਾ ਪਾਵਨ ਅਸਥਾਨ ਟਿੱਬੀ ਸਾਹਿਬ ਖਾਲਸਾ ਜੀ, ਇੱਥੇ ਜਿਨ੍ਹਾਂ ਦਰਸ਼ਨ ਕੀਤੇ ਵੇਖੋ ਕਿੰਨੀ ਦੂਰ ਵੈ। ਤੇ ਮੁਕਤਸਰ ਸਾਹਿਬ ਦੀ ਜੰਗ ਦੇ ਵਿੱਚ ਇੱਥੇ ਭਾਈ ਮਹਾਂ ਸਿੰਘ ਵਰਗੇ ਯੋਧੇ, ਮਾਤਾ ਭਾਗ ਕੌਰ ਜੀ ਇੱਥੇ ਲੜ ਰਹੇ ਸੀ, ਜਿੱਥੇ ਟੁੱਟੀ ਗੰਢੀ ਸਾਹਿਬ, ਮਾਤਾ ਭਾਗ ਕੌਰ, ਤੰਬੂ ਸਾਹਿਬ, ਇਹ ਪਾਵਨ ਸਥਾਨ ਹਨ, ਸ਼ਹੀਦਾਂ ਦਾ ਸਥਾਨ ਬਣਿਆ। ਇੱਥੇ ਖਾਲਸਾ ਜੀ ਢਾਬ ਦੇ ਲਾਗੇ ਜੰਗ ਹੁੰਦਾ ਸੀ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਉਨੇ ਸਮੇਂ ਨੂੰ ਅੱਗੇ ਨਿਕਲ ਗਏ ਸੀ, ਜਿੱਥੇ ਇਧਰ ਜਲਾਲਾਬਾਦ ਰੋਡ ਵਾਲੇ ਪਾਸੇ ਟਿੱਬੀ ਸਾਹਿਬ ਦਾ ਸਥਾਨ ਆ। ਇਥੋਂ ਫਿਰ ਖਾਲਸਾ ਜੀ ਗੁਰੂ ਕਲਗੀਧਰ ਪਾਤਸ਼ਾਹ ਮਰਜੀ ਤੀਰ ਚਲਾਉਂਦੇ ਤੇ ਇੱਥੇ ਮੁਕਤਸਰ ਸਾਹਿਬ ਦੀ ਆਣ, ਜਿੱਥੇ ਖਦਰਾਣੇ ਦੀ ਢਾਬ ਟੁੱਟੀ ਗੰਢੀ ਸਾਹਿਬ ਅਸਥਾਨ ਹੈ, ਇੱਥੇ ਆਣ ਕੇ ਦੁਸ਼ਮਣਾਂ ਦੇ ਕਲੇਜੇ ਵਿੰਨਦੇ। ਇੱਕ ਦੇ ਸੀਨੇ ਚੋਂ ਵੜ ਕੇ ਖਾਲਸਾ ਜੀ 10-10 20 ਵਿੱਚੋਂ ਦੀ ਤੀਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਛੱਡਿਆ ਹੋਇਆ ਗੁਜ਼ਰਦਾ। ਇਹੋ ਜਿਹੇ ਤਿਸੇ ਕਰਕੇ ਬਲ ਵਾਲੇ ਸੂਰਮੇ ਹਨ ਗੁਰੂ ਗਰੀਬ ਨਵਾਜ। ਵਾਹਿਗੁਰੂ ਸਾਹਿਬ ਜੀਓ ਦੋਹਰਾ ਆਬ ਸ਼੍ਰੀ ਗੁਰੂ ਅੰਗਦ ਨਿਕਟ। ਇਸ ਪ੍ਰਕਾਰ ਕਵੀ ਸੰਤੋਖ ਸਿੰਘ ਸਾਹਿਬ ਜੀ ਲਿਖ ਰਹੇ ਵੇ ਉਹ ਸਾਰਾ ਇਤਿਹਾਸ, ਜਿਹੜਾ ਧੰਨ ਭਾਈ ਸਾਹਿਬ ਭਾਈ ਰਾਮ ਕੌਰ ਜੀਆਂ ਨੇ ਸਿੰਘਾਂ ਨੂੰ ਸੁਣਾਇਆ। ਤੋ ਅੱਗੇ ਉਹ ਸਿੱਖਾਂ ਦਾ ਜਿਹੜਾ ਵਾ ਪ੍ਰਸੰਗ ਆ ਰਿਹਾ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦੇ ਪਾਸ ਕਿਹੜੇ ਕਿਹੜੇ ਸਿੱਖ ਰਹਿੰਦੇ ਸਨ। ਆਪ ਸ਼੍ਰੀ ਗੁਰੂ ਅੰਗਦ ਨਿਕਟ ਕਹਿੰਦੇ, ਹੁਣ ਭਾਈ ਜਿਹੜੇ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਆ, ਇਹਨਾਂ ਦੇ ਜਿਹੜੇ ਲਾਗੇ ਰਹਿਣ ਵਾਲੇ ਸਿੱਖ ਭਏ ਜੋ ਆਏ, ਜਿਵੇਂ ਜਿਵੇਂ ਸਿੱਖ ਆਏ ਤੇ ਆਣ ਕੇ ਸਦਾ ਮਹਾਰਾਜ ਦੇ ਲਾਗੇ ਜਿਹੜੇ ਸਿੱਖ ਰਹਿਣ ਲੱਗੇ ਆ। ਕਹੋ ਕਥਾ ਨਿਰਧਾਰ ਕਰ। ਕਵੀ ਜੀ ਕਹਿੰਦੇ ਕਥਾ ਨਿਰਧਾਰਤ ਕਰਕੇ ਭਾਈ ਸਰੋਤਿਓ ਅਸੀਂ ਕਹਿ ਰਹੇ ਹਾਂ। ਸੁਨਾਹਾ ਸੰਤ ਚਿਤ ਲਾਏ। ਇਹ ਸਰੋਤਾ ਜਨੋ ਸੰਤ ਜਨੋ ਚਿਤ ਲਾ ਕੇ ਕਥਾ ਸੁਣੋ ਵੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਲਾਗੇ ਕਿਹੜੇ ਸਿੱਖ ਆ ਕੇ ਰਹਿੰਦੇ ਸੀ, ਕਿਵੇਂ ਰਹਿਣ ਲੱਗੇ ਆ, ਕਿਹੋ ਜਿਹੇ ਸੁਭਾਅ ਦੇ ਹਨ। ਜਾ ਪਈ ਸੇਵਕ ਰਹਿ ਪਾਸ ਇੱਕ ਜੀਵਾ। ਤੋ ਬਾਬਾ ਰਾਮ ਕੌਰ ਜੀ ਕਹਿੰਦੇ ਇੱਕ ਜੀਵਾ ਨਾਮ ਦਾ ਸੇਵਕ ਜਿਹੜਾ ਗੁਰੂ ਅੰਗਦ ਪਾਤਸ਼ਾਹ ਜੀ ਦੇ ਪਾਸ ਰਹਿੰਦਾ ਹੈ। ਸੇਵਾ ਹੈ ਸਰਧਾ ਧਰੇ ਸਦੀਵਾ। ਹਮੇਸ਼ਾ ਸ਼ਰਧਾ ਧਾਰ ਕੇ ਹਿਰਦੇ ਵਿੱਚ ਬੜੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੀ ਸੇਵਾ ਕਰਦਾ। ਦਾਧ ਸੋ ਖਿਚੜੀ ਕਰਕੇ ਤਿਆਰ। ਤੇ ਕਦੇ ਦਹੀਂ ਤੇ ਨਾਲ ਖਿਚੜੀ ਸਤਿਗੁਰਾਂ ਵਾਸਤੇ ਤਿਆਰ ਕਰਕੇ ਲਿਆਏ ਅਚਾਵਤ ਅਪਰ ਆਹਾਰ। ਤੇ ਮਹਾਰਾਜ ਨੂੰ ਲਿਆਣ ਖਵਾਉਂਦਾ। ਜਾਂ ਸਾਧ ਸੰਗਤ ਜੀ ਹੋਰ ਵੀ ਨਾਨਾ ਪ੍ਰਕਾਰ ਦੇ ਬੜੀ ਸ਼ਰਧਾ ਚਾਅ ਨਾਲ ਮਹਾਰਾਜ ਵਾਸਤੇ ਭੋਜਨ ਪਰੋਸਦਾ ਹੈ, ਤਿਆਰ ਕਰਦਾ ਭਾਈ ਜੀਵਾ, ਤੇ ਸਤਿਗੁਰਾਂ ਦੀ ਸੇਵਾ ਵਿੱਚ ਹਾਜ਼ਰ ਹੁੰਦਾ, ਮਹਾਰਾਜ ਨੂੰ ਛਕਾਉਂਦਾ ਹੈ। ਇੱਕ ਦਿਨ ਘਟੀ 4 ਦਿਨ ਰਹਿਓ। ਤੋ ਕਵੀ ਜੀ ਕਹਿੰਦੇ ਇੱਕ ਦਿਨ ਜਿਹੜਾ ਦਿਨ ਹੈ ਉਹ 4 ਕੁ ਘੜੀਆਂ ਜਿਹੜਾ ਅਜੇ ਬਾਕੀ ਰਹਿੰਦਾ ਸੀ। ਗੁਰ ਸੋ ਹਾਥ ਜੋਰ ਬਚ ਕਹਿਓ। ਤੇ ਭਾਈ ਜੀਵਾ ਜੀ ਨੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕੀਤੀ ਹੈ। ਆਜ ਚਲਤ ਹੈ ਬਾਇਓ ਅੰਧੇਰੀ। ਕਹਿੰਦਾ ਜੀਵਾ ਭਾਈ ਕੇ ਸੱਚੇ ਪਾਤਸ਼ਾਹ ਅੱਜ ਜਿਹੜੀ ਵੈ ਹਵਾ ਬਹੁਤ ਤੇਜ਼ ਵੈ, ਹਨੇਰੀ ਚੱਲ ਰਹੀ ਹੈ, ਹਟ ਹੈ ਨਹੀਂ ਨਿਰਣੈ ਕਰ ਹੇਰੀ। ਮਹਾਰਾਜ ਮੈਂ ਕਾਫੀ ਸਮੇਂ ਦਾ ਵੇਖ ਰਿਹਾ ਵੀ ਹਨੇਰੀ ਹਟ ਨਹੀਂ ਰਹੀ ਹੈ, ਚੱਲੀ ਜਾ ਰਹੀ ਹੈ। ਵੱਡੀ ਨਿਸ਼ਾ ਬੀਤੇ ਹਟ ਜਾਏ। ਤੇ ਜਦੋਂ ਵੱਡੀ ਰਾਤ ਹੋਵੇਗੀ, ਭਾਵ ਥੋੜਾ ਹੋਰ ਦਿਨ ਢਲੇਗਾ ਤੇ ਜਾਂ ਰਾਤ ਪਵੇਗੀ, ਤੇ ਮੈਂ ਉਹ ਜਾਣਿਆ ਵੀ ਸ਼ਾਇਦ ਹਨੇਰੀ ਹਟੀ ਜਾਵੇ। ਅਬ ਤਾ ਬਹਿਤ ਮਹਾਰਾਜ ਪਛਾਏ। ਤੇ ਹੁਣ ਤਾਂ ਮਹਾਰਾਜ ਬੜੀ ਆ ਹਨੇਰੀ ਕਰਕੇ ਧੂੜ ਮਿੱਟੀ ਘਟਾ
ਬੱਚਾ ਉੱਡ ਰਿਹਾ ਹੈ। ਬਾਕ ਆਪ ਕੋ ਹੋਵੈ ਜਬੈ, ਬਾਕੀ ਮਹਾਰਾਜ ਹਟੂਗੀ ਤਦੇ ਹੀ ਹਨੇਰੀ, ਬਾਕ ਆਪ ਕੋ ਹੋਵੇ ਜਦੈ। ਜਦੋਂ ਮਹਾਰਾਜ ਤੁਹਾਡਾ ਬਚਨ ਹੋਵੇਗਾ, ਹੁਕਮ ਹੋਵੇਗਾ, ਹਨੇਰੀ ਤਾਈ ਮਿਟਹਿ ਅੰਧੇਰੀ ਰਾਜਸੋਂ ਸਬੈ। ਤੇ ਉਦੋਂ ਹੀ ਸਾਰੀ ਧੂੜ ਬਹਿ ਜਾਣੀ ਵੈ, ਹਨੇਰੀ ਹਵਾ ਰੁਕ ਜਾਵੇਗੀ। ਜਦੇ ਆਪ ਦਾ ਬਚਨ ਹੋਵੇਗਾ, ਹੁਕਮ ਹੋਵੇਗਾ, ਕਰ ਲੇਵੋ ਮੈਂ ਤੁਰਤ ਆਹਾਰਾ। ਤੇ ਮਹਾਰਾਜ ਉਦੋਂ ਫਿਰ ਮੈਂ ਜਿਹੜਾ ਵੈ ਉਹ ਪ੍ਰਸ਼ਾਦਾ ਪਾਣੀ ਤੁਹਾਡੇ ਵਾਸਤੇ ਤਿਆਰ ਕਰ ਦੇਵਾਂਗਾ। ਭਾਵ ਕਹਿੰਦਾ ਕਿ ਮਹਾਰਾਜ ਤੁਸੀਂ ਹੁਕਮ ਕਰੋ ਤੇ ਹਨੇਰੀ ਬੰਦ ਹੋ ਜਾਵੇ, ਤੇ ਮਹਾਰਾਜ ਤੁਹਾਡਾ ਪ੍ਰਸ਼ਾਦਾ ਪਾਣੀ ਜਿਹੜਾ ਵਾ ਉਹ ਗਰਦ ਜੀ ਬਹਿ ਜਾਵੇਗੀ, ਤੇ ਮੈਂ ਝਾਟੀ ਤਿਆਰ ਕਰ ਤੁਹਾਨੂੰ ਛਕਾ ਦਿੰਦਾ ਹਾਂ। ਤੁਮਹਿ ਅਚਾਵਾਂ ਤੇ ਬੇਧ ਪ੍ਰਕਾਰਾ, ਤੇ ਨਾਨਾ ਪ੍ਰਕਾਰ ਦਾ ਭੋਜਨ ਜਿਹੜਾ ਵਾ ਉਹ ਤੁਹਾਨੂੰ ਮਹਾਰਾਜ ਮੈਂ ਛਕਾ ਦੇਵਾਂਗਾ। ਬਾਹਰੋਂ ਚੱਲਹਿ ਜਥਾ ਅਬ ਆਹੈ, ਤੇ ਫਿਰ ਮਹਾਰਾਜ ਤੁਸੀਂ ਹੁਕਮ ਕਰ ਦਿਆ ਜੇ, ਜਿਵੇਂ ਹੁਣ ਹਨੇਰੀ ਚੱਲਦੀ ਹੈ ਫੇਰ ਚੱਲ ਪਵੇ। ਭਾਵ ਕਿ ਇਹ ਜਿੰਨਾ ਸਮਾਂ ਮਹਾਰਾਜ ਮੈਂ ਭੋਜਨ ਬਣਾਉ ਤੁਹਾਡੇ ਵਾਸਤੇ, ਤੁਸੀਂ ਹੁਕਮ ਕਰਕੇ ਹਨੇਰੀ ਰੋਕ ਦੇਵੋ, ਤੇ ਜਦੋਂ ਮਹਾਰਾਜ ਤੁਸੀਂ ਛਕ ਲਿਆ ਤੇ ਤੁਹਾਡੇ ਹੁਕਮ ਦੀ ਸਾਰਾ ਕੁਝ ਇਹਨੂੰ ਕਹੇ ਫੇਰ ਵਗ ਪਵੇਗੀ। ਸ਼੍ਰੀ ਅੰਗਦ ਸੁਣ ਤਿਸ ਤੇ ਕਹੈ, ਭਾਈ ਜੀਵਾ ਜੀ ਤੋਂ ਸੁਣ ਕਰਕੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਬੋਲੇ ਐਸੋ ਨਹੀਂ ਮਨੋਰਥ ਕਰੀਐ। ਇਹ ਭਾਈ ਜੀਵਾ ਕਦੇ ਭਾਈ ਇਹੋ ਜਿਹਾ ਮਨ ਵਿੱਚ ਸੰਕਲਪ ਨਹੀਂ ਕਰੀਦਾ ਹੁੰਦਾ, ਜਿਸ ਤੇ ਮਹਾ ਦੋਸ ਸਿਰ ਧਰੀਐ। ਜਿਸ ਕਰਕੇ ਵੱਡੇ ਦੋਸ਼ੀ ਬਣ ਜਾਈਏ, ਵੱਡੇ ਗੁਨਾਹਗਾਰ, ਵੱਡਾ ਦੋਸ਼ ਸਿਰ ਆਣ ਪਵੇ। ਪਰਮੇਸ਼ਰ ਜੋ ਬਾਇਓ ਬਹਾਈ, ਜਿਹੜਾ ਪਰਮੇਸ਼ਰ ਅਕਾਲ ਪੁਰਖ ਨੇ ਹਵਾ ਹਨੇਰ ਛੱਡਿਆ ਹੋਇਆ ਹੈ, ਜਿਸ ਤੇ ਬਹੁ ਕਾਰਜ ਨਿਭਾਈ। ਇਹਦੇ ਤੋਂ ਬੜੇ ਕਾਰਜ ਜਿਹੜੇ ਵੈ ਸਿੱਧ ਹੋ ਰਹੇ ਹਨ। ਸਰਤਾ ਪਤ ਮਹਿ ਅਨੇਕ ਜਹਾਜ, ਤੇ ਹੁਣ ਵੇਖਣਾ ਭਾਈ ਜੀਵਾ ਜਿਹੜਾ ਸਮੁੰਦਰ ਵੈ, ਸਮੁੰਦਰਾਂ ਵਿੱਚ ਕਿੰਨੇ ਜਹਾਜ਼ ਚੱਲ ਰਹੇ ਆ। ਨਰਨ ਹਜ਼ਾਰਾਂ ਲਾਦ ਸਮਾਜ, ਕਿੰਨੇ ਲੋਕ ਯਾਤਰਾ ਕਰ ਰਹੇ, ਸਫ਼ਰ ਕਰ ਰਹੇ ਜਹਾਜ਼ਾਂ ਵਿੱਚ। ਜਾਂ ਫਿਰ ਮਹਾਰਾਜ ਕਹਿੰਦੇ ਕਿੰਨਾ ਸਾਜੋ ਸਮਾਨ ਵਪਾਰ ਦਾ ਵਪਾਰੀਆਂ ਲੱਦਿਆ ਹੋਇਆ ਹੈ। ਬਾਹ ਵਿਵਹਾਰ ਕਰਹਿ ਹਿਤ ਰੋਜੀ, ਤੇ ਆਪਦੀ ਰੋਜੀ ਰੋਟੀ ਵਾਸਤੇ ਵਪਾਰੀ ਲੋਕ ਜਾਂ ਆਮ ਜਿਹੜੇ ਵਾ ਉਹ ਪਰਦੇਸੀ ਦੇਸੀ ਸਾਰੇ ਆਪਦੀ ਰੋਜੀ ਰੋਟੀ ਵਾਸਤੇ ਸਮੁੰਦਰੀ ਜਹਾਜ਼ਾਂ ਵਿੱਚ ਸਫ਼ਰ ਕਰ ਰਹੇ ਵਾ। ਤੋ ਆਪਦੀ ਰੋਜੀ ਰੋਟੀ ਕਮਾਉਣ ਵਾਸਤੇ ਵਪਾਰੀ ਲੋਕ ਵਿਹਾਰ ਕਰ ਰਹੇ ਹਨ। ਦੀਪਨ ਗਮਨ ਹੈ ਲਾਹਾ ਖੋਜੀ, ਵੰਨੋ ਵੰਨੀ ਦੀਪਾਂ ਤੇ ਜਾਂਦੇ ਵੈ, ਉਥੇ ਟਾਪੂਆਂ ਤੇ ਜਾ ਕੇ ਤੇ ਆਪਦਾ ਲਾਭ ਤੱਕਦੇ ਵੈ, ਰੋਜੀ ਰੋਟੀ ਖੋਜਦੇ ਐ। ਬਹੁਤ ਦਿਵਸ ਕੇ ਟੇਕ ਸੋ ਰਹੇ, ਤੇ ਬੜੇ ਦਿਨਾਂ ਦੇ ਮਹਾਰਾਜ ਕਹਿੰਦੇ ਜੀਵਾ ਬੜੇ ਦਿਨਾਂ ਦੇ ਭਾਈਓ ਵਿਚਾਰੇ ਉੱਥੇ ਟਿਕੇ ਹੋਏ ਹਨ। ਅਬ ਚਲਾਏ ਬਾਯੋ ਇਹੋ ਲਹੇ, ਤੇ ਉਹ ਪਹਿਲਾਂ ਇੰਜਣ ਦੀ ਨਾ ਹੁੰਦੇ ਸੀ ਜਹਾਜ਼ਾਂ ਵਿੱਚ, ਤੋ ਉੱਤੇ ਕੱਪੜਾ ਖਾਲਸਾ ਜੀ ਜਹਾਜ਼ ਦਾ ਬੜਾ ਵੱਡਾ ਚੰਗੇ ਮੋਟੇ ਦਰ ਦੇ ਬੰਨੇ ਹੁੰਦੇ, ਜਿੱਧਰ ਨੂੰ ਹਵਾ ਹੁੰਦੀ ਫਿਰ ਜਹਾਜ਼ ਨੂੰ ਉਸੇ ਪਾਸੇ ਹੌਲੀ ਹੌਲੀ ਉਹ ਲੈ ਜਾਂਦੇ। ਤੇ ਇਹ ਜਿਹੜੇ ਜਹਾਜ਼ ਚਲਾਉਣ ਵਾਲੇ ਸੀ ਫਿਰ ਉਹ ਜਿੱਧਰੋਂ ਹਵਾ ਦਾ ਰੁਖ ਹੁੰਦਾ ਉਸ ਦੇਸ਼ ਨੂੰ ਜੇ ਰੁਖ ਚੱਲਦੀ ਹਵਾ ਤੇ ਫੇਰ ਹੀ ਉਹ ਜਹਾਜ਼ ਤੋਰਦੇ ਸਨ। ਮਹਾਰਾਜ ਕਹਿੰਦੇ ਕੀ ਪਤਾ ਕਿੰਨੇ ਸਮੇਂ ਦੇ ਜਹਾਜ਼ ਟਿਕੇ ਅੜਕੇ ਹੋਏ ਵੈ ਆਪਦੇ ਦੇਸ਼ਾਂ ਨੂੰ ਪਰਤਣ ਵਾਸਤੇ। ਇਹੋ ਜੀ ਹਨੇਰੀ ਹਵਾ ਚੱਲੀ ਤੇ ਉਹਨਾਂ ਨੇ ਆਪਦੇ ਦੇਸ਼ਾਂ ਨੂੰ ਆਉਣਾ ਹੈ। ਹਿਤ ਆਹਾਰ ਕੇ ਕਰਹਿ ਕਮਾਈ, ਤੇ ਵਿਚਾਰੇ ਆਪਦੇ ਆਹਾਰ ਕਮਾਉਣ ਵਾਸਤੇ ਦੂਰ ਦੇਸ਼ੀ ਵਿਦੇਸ਼ੀ ਕਮਾਈਆਂ ਕਰ ਰਹੇ ਆ। ਤਿਸ ਮਿਸ ਦੇਤ ਤਨਹਾ ਜਗ ਰਾਈ, ਇਹ ਜਗ ਦਾਤਾ ਪਰਮੇਸ਼ਰ ਵਿਧੀ ਨਾਲ ਹੀ ਸਭ ਜੀਵਾਂ ਨੂੰ ਜਿਹੜੀ ਉਹਨਾਂ ਦੀ ਰੋਜੀ ਰੋਟੀ ਦੇ ਰਿਹਾ ਹੈ। ਧਰਤੀ ਜਹਾਂ ਤਾਂਬਰ ਕੀ ਹੈ, ਬਾਕੀ ਭਾਈ ਜੀਵਾ ਜਿੱਥੇ ਧਰਤੀ ਤਾਂਬੇ ਦੀ ਮੰਨੀ ਗਈ ਹੈ, ਲੱਖਾਂ ਬਿਸੀਰ ਤਿਸ ਥਲ ਰਹੈ, ਤੇ ਲੱਖਾਂ ਹੀ ਬਿਸੀਰ ਜਿਹੜੇ ਸੱਪ ਵਾ ਉੱਥੇ ਰਹਿੰਦੇ ਵਾ। ਸਾਧ ਸੰਗ ਜੀ 50 ਕਰੋੜ ਯੋਜਨ ਧਰਤੀ ਜਿਹੜੀ ਮੰਨੀ ਗਈ ਵਾ, ਜਿਹਦੇ ਵਿੱਚੋਂ ਇੱਕ ਜਿਹੜੀ ਵਾ ਉਹ ਕਰੋੜ ਯੋਜਨ ਜਿਹੜੀ ਤਾਂਬੇ ਦੀ ਮੰਨੀ ਗਈ ਹੈ। ਤੋ ਸੇ ਤਸਕਰ ਜੇ ਨਾਮ ਨਾ ਲੇਵ ਹੈ, ਸੇ ਬਸ ਹੈ ਕੋਟ 85 ਹੈ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਦਾ ਇਹ ਫਰਮਾਨ ਵੈ, ਜਿਹੜੇ ਨਾਮ ਨਹੀਂ ਲੈਂਦੇ ਉਹ ਤਾਂਬੇ ਦੀ ਧਰਤੀ ਜਿਹੜੀ 50 ਯੋਜਨ ਵਾਲੀ ਵੈ, 49 ਯੋਜਨ ਜਿਹੜੀ 49 ਕਰੋੜ ਯੋਜਨ ਦੂਸਰੀ ਹੈ, 1 ਕਰੋੜ ਯੋਜਨ ਜਿਹੜੀ ਤਾਂਬੇ ਦੀ ਧਰਤੀ ਬਾਕੀ ਆ। ਨਾਮ ਤੋਂ ਜਿਹੜੇ ਮਨ ਚਰਾਉਂਦੇ ਵਾ ਸੱਪ ਬਣ ਕੇ ਫਿਰ ਉੱਥੇ ਜਾਂਦੇ ਵਾ। ਪਰ ਪਰਮੇਸ਼ਰ ਜਿਹੜਾ ਵਾ ਕਿਰਤ ਘਣਾ ਨੂੰ ਵੀ ਪਾਲਦਾ ਹੈ।
ਇਸ ਕਰਕੇ ਉਹ ਸੱਪ ਬਣੇ ਹੋਏ ਜਿਹੜੇ ਮਨਮੁਖ ਲੋਕ ਵਾ ਤਾਂਬੇ ਦੀ ਧਰਤੀ ਤੇ ਰਹਿਣ ਵਾਲੇ, ਤਿਨ ਹਿਤ ਧੂਲ ਜਾਏ ਤਿਸ ਦੇਸ। ਤੇ ਆ ਜਿਹੜੀ ਧੂੜ ਚੜੀ ਵਾ ਸਮਾਨ ਨੂੰ ਫਿਰ ਉਸ ਦੇਸ਼ ਜਾਂਦੀ ਵਾ, ਉਹ ਤਾਂਬੇ ਦੀ ਧਰਤੀ ਜਿੱਥੇ ਮਨਮੁਖ ਲੋਕ ਸੱਪ ਬਣੇ ਹੋਏ ਕਸ਼ਟ ਦੁੱਖ ਕੱਟਦੇ ਵਾ, ਉਹਨਾਂ ਦੀ ਰੋਜੀ ਪਰਮੇਸ਼ਰ ਇਹ ਧੂੜ ਦੇ ਰਾਹੀਂ ਭੇਜ ਰਿਹਾ ਹੈ। ਨਿਜ ਕੁੰਡਲ ਮਹਿ ਲੇਤ ਅਸ਼ੇਸ। ਤੇ ਉਹ ਸੱਪ ਜਿਹੜੇ ਆ ਵਿਚਾਰਿਓ ਜਦੋਂ ਇਹ ਮਿੱਟੀ ਜਾਵੇਗੀ ਤੇ ਉਹ ਸਾਰੀ ਸਾਂਭ ਲੈਣਗੇ, ਆਪਦੇ ਮੁੱਖ ਵਿੱਚ ਪਾ ਕੇ ਕੁਝ ਕੁੰਡਲ ਮਾਰ ਕੇ ਰੱਖ ਲੈਣਗੇ, ਤਿਸ ਕੋ ਖਾਏ ਨਿਬਾਹੈ ਕਾਲ। ਉਸੇ ਨੂੰ ਹੀ ਖਾ ਖਾ ਕੇ ਤੇ ਆਪਦਾ ਸਮਾਂ ਬਤੀਤ ਕਰ ਲੈਣਗੇ। ਆਪੋ ਆਪੋ ਆਪਣੀ ਲੇਤ ਸੰਭਾਲ। ਆਪੋ ਆਪਣੀ ਜਿੰਨੀ ਮਿੱਟੀ ਕਿਸੇ ਦੇ ਹੱਥ ਆਵੇਗੀ ਸਭ ਸਾਂਭ ਲੈਣਗੇ। ਲੱਖ ਅਹਿ ਸੁਧਾਤਰ ਤਿਸੇਈ। ਇਸੇ ਕਰਕੇ ਲੱਖਾਂ ਹੀ ਸੱਪ ਨੇ, ਇੱਕ ਦੋ ਨਹੀਂ, ਲੱਖਾਂ ਸੱਪ ਜਿਹੜੇ ਹਨ ਉਸ ਤਾਂਬੇ ਦੀ ਧਰਤੀ ਤੇ। ਪ੍ਰਭ ਪਹੁੰਚਾਏ ਪਾਲ ਹੈ ਤੇਈ। ਪਰਮੇਸ਼ਰ ਉਹਨਾਂ ਨੂੰ ਪਾਲਦਾ ਹੈ, ਜਿਸ ਕਰਕੇ ਸਾਰੀ ਧੂੜ ਮਿੱਟੀ ਤਾਂਬੇ ਦੀ ਧਰਤੀ ਨੂੰ ਚੜ ਰਹੀ ਹੈ। ਇਸ ਤੇ ਆਦਿਕ ਕਾਜ ਵਿਸ਼ਾਲ। ਇਸ ਤੋਂ ਇਲਾਵਾ ਵੀ ਭਾਈ ਜੀਵਾ ਹੋਰ ਬੜੇ ਵੱਡੇ ਕੰਮ ਜਿਹੜੇ ਹਨ ਕਰਹਿ ਪਰਮੇਸ਼ਰ ਵਾਯੂ ਨਾਲ। ਆ ਹਵਾ ਨਾਲ ਹੀ ਪਰਮੇਸ਼ਰ ਕਰ ਦਿੰਦਾ ਵਾ। ਆ ਪੁਰਾ ਚੱਲਦਾ, ਪਛੋਂ ਚੱਲਦੀ ਖੁਸ਼ਕੀ, ਨਮੀ, ਮੌਸਮ ਬੱਦਲ ਚੜਨਾ, ਮੌਸਮ ਖੁਸ਼ਕ ਹੋਣਾ, ਇਹ ਸਾਰੇ ਹਵਾ ਰੋਕਦੀ, ਉਦੋਂ ਝਾਟੀ ਖਾਲਸਾ ਜੀ ਗੁੰਮ ਲੱਗੇ ਤੇ ਬੱਦਲ ਆ ਜਾਂਦਾ। ਤੋ ਇਹੋ ਜਿਹੇ ਮਹਾਰਾਜ ਕਹਿੰਦੇ ਪਰਮੇਸ਼ਰ ਹਨ, ਹਵਾ ਦੇ ਨਾਲ ਹੀ ਸਾਰੇ ਸੰਸਾਰ ਦੇ ਕਾਰੋਬਾਰ ਕੰਮਕਾਰ ਚਲਾ ਰਹੇ ਆ। ਆਪ ਜੇ ਕਹੈ ਕਰ ਪਾਉਣ ਮਿਟਾਵੈ। ਤੇ ਜੇ ਭਾਈ ਜੀਵਾ ਤੁਸੀਂ ਕਹਿੰਦੇ ਹੋ ਵੀ ਆ ਪੌਣ ਮਿਟਾ ਦਿਓ, ਸਾਨੂੰ ਕਹਿੰਦੇ ਹੋ ਵੀ ਹਵਾ ਰੋਕ ਦੇਵੋ, ਬਿਗਰਹਿ ਕਾਜ ਸ਼ੁਧਤ ਰਹਿ ਜਾਵੈ। ਤੇ ਕਿੰਨਿਆਂ ਦੇ ਵੇਖ ਕੰਮ ਰੁਕਣਗੇ, ਕਿੰਨੇ ਭੁੱਖੇ ਰਹਿਣਗੇ। ਪ੍ਰਭ ਸਰਬਾਗਿ ਸਫਲ ਕ੍ਰਿਤ ਧਰੈ। ਪਰਮੇਸ਼ਰ ਸਰਬ ਗਿਆਤਾ, ਸਭ ਦੇ ਮਨਾਂ ਦੀ ਜਾਣਨ ਵਾਲਾ ਹੈ ਭਾਈ ਜੀਵਾ। ਤੇ ਮਹਾਰਾਜ ਜਿਹੜਾ ਕੰਮ ਕਰਦਾ ਉਹ ਸਹਿਤ ਫਲ ਦੇ ਹੁੰਦਾ ਹੈ। ਪਰਮੇਸ਼ਰ ਦਾ ਕੋਈ ਵੀ ਕੀਤਾ ਹੋਇਆ ਕਾਰਜ ਨਹੀਂ ਵੀ ਕਿਸੇ ਨੂੰ ਦਾ ਫਲ ਨਾ ਮਿਲੇਗਾ। ਇੱਕ ਵਾਸਤੇ ਜਿਉਂ ਮਾੜਾ ਲੱਗਦਾ ਵਾ, ਪਰ ਬੜਿਆਂ ਦੀ ਕਲਿਆਣ ਪਰਮੇਸ਼ਰ ਨੇ ਉਸ ਕਾਰਜ ਨਾਲ ਕਰਨੀ ਹੁੰਦੀ ਹੈ। ਕਿਆ ਅਲਪਾਗ ਤਰਕ ਨਾ ਕਰੈ। ਜਿਹੜੇ ਅਲਪੱਗ ਲੋਕ ਹੁੰਦੇ ਉਹ ਤਰਕ ਕਰਦੇ ਹੁੰਦੇ ਆ ਵੀ ਪਰਮੇਸ਼ਰ ਨੂੰ ਇਉਂ ਨਹੀਂ ਇਉਂ ਕਰਨਾ ਚਾਹੀਦਾ। ਲੱਖ ਜੀਵਨ ਕਾ ਸੰਤਾਪ। ਲੱਖਾਂ ਜੀਵਾਂ ਨੂੰ ਜਿਹੜਾ ਸੰਤਾਪ ਦੁੱਖ ਹੋ ਰਿਹਾ ਹੈ, ਮਿਟਹਿ ਪਾਵਨ ਦੋਸ਼ ਲੈ ਆਪ। ਤੇ ਮਹਾਰਾਜ ਪਰਮੇਸ਼ਰ ਸੱਚੇ ਪਾਤਸ਼ਾਹ ਜੀ ਜਿਹੜੇ ਨਾ ਜਿਹੜੇ ਤਰਕੀ ਲੋਕ ਵੈ, ਉਹ ਲੱਖਾਂ ਜੀਵਾਂ ਨੂੰ ਜਿਹੜਾ ਸੰਤਾਪ ਹੋ ਰਿਹਾ ਤੇ ਉਹ ਹਵਾ ਨਾਲ ਹਨੇਰ ਨਾਲ ਹੀ ਉਹਨਾਂ ਦੀ ਰੋਜੀ ਮਿਲਣੀ ਸੀ। ਜਿਹੜੇ ਹੁੰਦੇ ਆ ਨਾ ਇਹ ਮਨਮੁਖ ਲੋਕ, ਤਰਕ ਕਰਨ ਵਾਲੇ ਵੀ ਮਹਾਰਾਜ ਨੇ ਉਹ ਕਿਉਂ ਕੀਤਾ, ਕਹਿੰਦੇ ਉਹ ਕਰ ਕਰਕੇ ਉਹ ਆਪਦੇ ਸਿਰ ਤੇ ਫਿਰ ਦੋਸ਼ ਲੈਂਦੇ ਹਨ। ਇਹ ਮਨਮੁਖ ਕੀ ਰੀਤ ਪਛਾਨੈ। ਭਾਈ ਜੀਵਾ ਜਾਣ ਲੈ ਵੀ ਜਿਹੜੇ ਇਹ ਰੀਤੀ ਆ ਨਾ, ਮਰਿਆਦਾ ਪਰਮੇਸ਼ਰ ਦੀ ਜਿਹੜੀ ਕਾਰਜ ਕੀਤੇ ਵਿੱਚ ਆਪਦਾ ਹੁਕਮ ਕਰਨਾ ਵੀ ਨਹੀਂ ਆ ਉਹ ਨਹੀਂ ਉਹ ਕਰੇ, ਉਹ ਭਾਈ ਜੀਵਾ ਜਾਣ ਲੈ ਵੀ ਉਹ ਮਨਮੁਖ ਲੋਕ ਹੁੰਦੇ ਆ। ਇਹ ਮਨਮੁਖਾਂ ਦੀ ਜਿਹੜੀ ਵਾ ਸੁਭਾਅ ਹੁੰਦਾ ਪਰਮੇਸ਼ਰ ਦੇ ਕੀਤੇ ਕੰਮ ਨੂੰ ਨਿੰਦਣਾ। ਹੋਵਤ ਮਿਟਾਏ ਕੇ ਤਰਕ ਬਖਾਨੈ। ਤੇ ਫਿਰ ਉਹ ਮਿਟਾਉਣ ਦੀ ਕੋਸ਼ਿਸ਼ ਕਰਦੇ ਆ ਤੇ ਹੁਜਤਾਂ ਕਰਦੇ ਆ ਪਰਮੇਸ਼ਰ ਦੇ ਕੀਤੇ ਹੋਏ ਕਾਰਜ ਉੱਪਰ। ਜਥਾ ਕਰਹਿ ਪ੍ਰਭ ਪੇਖ ਹਰਖੰਤੇ। ਤੇ ਜਿਹੜੇ ਸਨਮੁਖ ਹੁੰਦੇ ਆ, ਜਿਵੇਂ ਪਰਮੇਸ਼ਰ ਕਰਦਾ ਹੈ ਉਹਨੂੰ ਵੇਖ ਕੇ ਫਿਰ ਪਰਮੇਸ਼ਰ ਦੀ ਰਜਾ ਵਿੱਚ ਹੀ ਖੁਸ਼ ਰਹਿੰਦੇ ਹਨ। ਨਹਿ ਤਰਕ ਹੈ ਕਹਿ ਕਹਿ ਨਾ ਮਿਟੰਤੇ। ਉਹ ਕਦੇ ਵੀ ਹੁਜਤ ਦਾ ਬਚਨ ਨਹੀਂ ਕਰਦੇ, ਮੁਖੋਂ ਨਹੀਂ ਕਹਿੰਦੇ ਵੀ ਓ ਨਹੀਂ ਓ, ਜਿਹੜਾ ਵਾ ਉਹ ਕਰੇ ਪਰਮੇਸ਼ਰ ਇਉਂ ਆ ਗਲਤ ਕੀਤਾ, ਚੰਗਾ ਕੀਤਾ, ਮਾੜਾ ਕੀਤਾ ਵਾ। ਉਹਨਾਂ ਦੀ ਬਿਰਤੀ ਸਦਾ ਇੱਕ ਰਸ ਰਹਿੰਦੀ, ਉਹ ਗੁਰਮੁਖ ਕਹੀਦੇ ਆ। ਸੋ ਗੁਰਮੁਖ ਸੁਖ ਪ੍ਰਾਪਤ ਹੋਏ। ਉਹ ਗੁਰਮੁਖ ਹੁੰਦੇ ਆ ਤੇ ਭਾਈ ਜੀਵਾ ਉਹਨਾਂ ਨੂੰ ਸੁਖ ਵੀ ਬੜਾ ਡਾਢਾ ਪ੍ਰਾਪਤ ਹੁੰਦਾ ਹੈ। ਸੰਕਟ ਸਹਿ ਨ ਲੋਕਾਂ ਦੋਏ। ਇਹ ਲੋਕ ਤੇ ਪਰਲੋਕ ਦੋਵੇਂ ਸੁਹੇਲੇ ਸੌਖੇ ਹੁੰਦੇ ਗੁਰਮੁਖਾਂ ਦੇ। ਨਾ ਇੱਥੇ ਦੁੱਖ ਮਿਲਦਾ, ਨਾ ਅਗਾਂਹ ਜਾ ਕੇ ਦੁੱਖ ਸਹਿਣਾ ਪੈਂਦਾ ਹੈ। ਤੂੰ ਕਰਬੇ ਚਿਤ ਚਹਿਤ ਆਹਾਰੇ। ਕਰਕੇ ਤੂੰ ਮਨ ਵਿੱਚ ਜਿਹੜਾ ਆਹਾਰ ਪ੍ਰਸ਼ਾਦਾ ਤਿਆਰ ਕਰਨਾ ਚਾਹੁੰਦਾ ਹੈ, ਕਢੀ ਚਾਰ ਕਰ ਲਿਹੋ ਪਿਛਾਰੇ। ਇਹ ਜੀਵਾ
ਇਹਦਾ ਕੀ ਆ, ਤੂੰ 4 ਘੜੀਆਂ ਫਿਰ ਰੁਕ ਕੇ ਜਿਹੜਾ ਵਾ ਪ੍ਰਸ਼ਾਦਾ ਛਕਾ ਦਵੀਂ ਸਾਨੂੰ। ਹਟ ਹੈ ਨਾ ਜੇ ਪ੍ਰਭਾਤ ਕਰ ਤੇ ਲੀਜੈ। ਜੇ ਵੱਧ ਤੋਂ ਵੱਧ ਸਾਰੀ ਰਾਤ ਹਨੇਰ ਚੱਲੇਗਾ, ਨਾ ਹਟਿਆ ਤੇ ਨਾ ਕੀ ਆਪਾਂ ਅੰਮ੍ਰਿਤ ਵੇਲੇ ਛਕ ਲਵਾਂਗੇ ਪ੍ਰਸ਼ਾਦਾ। ਤਰਹ ਨ ਚਿੰਤਾ ਆਨੰਦ ਕੀਜੈ। ਤੇ ਚਿੰਤਾ ਨਾ ਕਰ ਜੀਵਾ, ਤੇ ਹਿਰਦੇ ਵਿੱਚ ਆਨੰਦ ਵਿੱਚ ਪਰਮੇਸ਼ਰ ਦੇ ਭਾਣੇ ਦਾ ਆਨੰਦ ਮਾਣ। ਸਤਿਗੁਰ ਅਰ ਪ੍ਰਭ ਜਥਾ ਰਜਾਏ। ਜਿਹੜੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਪ੍ਰਭੂ ਪਰਮੇਸ਼ਰ ਦੀ ਜਿਸ ਤਰ੍ਹਾਂ ਦੀ ਰਜਾ ਹੈ, ਮੌਜ ਹੈ, ਤਿਸ ਪਰ ਰਾਜੀ ਰਹਿਣ ਸਦਾਏ। ਉਸ ਵਿੱਚ ਸਦਾ ਭਾਈ ਰਾਜੀ ਰਹਿਣਾ ਸਿੱਖਣਾ ਚਾਹੀਏ। ਮੁਖ ਧਰਮ ਸਿੱਖੀ ਕੋ ਇਹੀ। ਸਿੱਖੀ ਦਾ ਮੁੱਖ ਸ਼੍ਰੇਸ਼ਟ ਜਿਹੜਾ ਧਰਮ ਕਹੀਏ ਸਿਧਾਂਤ ਇਹ ਹੀ ਹੈ ਵੀ ਹੁਕਮ ਰਜਾਈ ਚੱਲਣਾ। ਨਾਨਕ ਲਿਖਿਆ ਨਾਲ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੁਧ ਭਾਵੈ ਨਾਨਕਾ ਸਾਈ ਗੱਲ ਚੰਗੀ। ਇਹ ਜਿਹੜਾ ਵੈ ਸਿੱਖੀ ਦਾ ਮੂਲ ਸਿਧਾਂਤ, ਪਹਿਲਾ ਸਿਧਾਂਤ ਸਿੱਖਿਆ ਇਹੀ ਹੈ। ਜੋ ਧਾਰ ਹੈ ਸਿੱਖ ਗੁਰੂ ਸਨੇਹੀ। ਤੇ ਜਿਹੜਾ ਇਹ ਧਾਰਦਾ ਹੈ ਨਾ, ਉਹੀ ਗੁਰੂ ਦਾ ਪ੍ਰੇਮੀ ਸਿੱਖ ਹੁੰਦਾ ਹੈ, ਜਾਂ ਗੁਰੂ ਜੀ ਉਹਦੇ ਨਾਲ ਬੜਾ ਅਥਾਹ ਸਨੇਹ ਪ੍ਰੇਮ ਕਰਦੇ ਹੈ, ਜਿਹੜਾ ਪਰਮੇਸ਼ਰ ਦੇ ਭਾਣੇ ਵਿੱਚ ਰਹਿੰਦਾ ਹੈ। ਜਿਮ ਪ੍ਰਤੱਬਿਆ ਇਸਤਰੀ ਲੱਛਣ। ਜਿਵੇਂ ਕਹਿੰਦੇ ਪਰਤਬ੍ਰਤਾ ਪਤਬ੍ਰਤਾ ਜਿਹੜੀ ਇਸਤਰੀ ਹੁੰਦੀ ਵੈ, ਪਤੀ ਦੀ ਆਗਿਆ ਵਿੱਚ ਰਹਿਣ ਵਾਲੀ, ਉਹਦੇ ਜਿਹੜੇ ਲੱਛਣ ਹੁੰਦੇ ਆ। ਪਤ ਆਗਿਆ ਮਹਿ ਸੁਖੀ ਵਿਚਛਣ। ਉਹ ਇਹ ਜਾਣਦੀ ਐ ਸਿਆਣੀ ਵੀ ਮੇਰੀ ਜਿਹੜੀ ਖੁਸ਼ੀ ਆ ਉਹ ਮੇਰੀ ਪਤੀ ਦੀ ਆਗਿਆ ਵਿੱਚ ਹੀ ਐ, ਪਤੀ ਦੇ ਕਹਿਣੇ ਤੋਂ ਬਾਹਰ ਨਾ ਕਦੇ ਚੱਲਦੀ ਉਹ। ਪ੍ਰਭ ਆਗਿਆ ਮਹਿ ਤਥਾ ਸਦੀਵਾ। ਇਸੇ ਤਰ੍ਹਾਂ ਜਿਹੜੇ ਗੁਰਮੁਖ ਵਾ ਪਰਮੇਸ਼ਰ ਦੀਆਂ ਜਿਹੜੀਆਂ ਵਾ ਉਹ ਸਿਆਣੀਆਂ ਵਹੁਟੀਆਂ ਇਸਤਰੀਆਂ ਹਨ, ਤੇ ਸਦਾ ਪਰਮੇਸ਼ਰ ਪਤੀ ਦੀ ਆਗਿਆ ਵਿੱਚ ਚੱਲਦੀਆਂ ਹਨ। ਰਹ ਰਾਜੀ ਬਣ ਗੁਰਮੁਖ ਜੀਵਾ। ਇਸ ਕਰਕੇ ਭਾਈ ਜੀਵਾ ਜੀ ਰਾਜੀ ਰਹੋ ਪਰਮੇਸ਼ਰ ਦੀ ਰਜਾ ਵਿੱਚ, ਤੇ ਉਹ ਗੁਰਮੁਖ ਬਣ ਲਈਦਾ ਹੈ। ਜਪ ਤਪ ਵਰਤ ਦਾਨ ਫਲ ਸਾਰੇ। ਬਾਕੀ ਜਿਹੜੇ ਵੱਡੇ ਭਾਰੀ ਜਪ ਕਰਨੇ, ਤਪ ਕਰਨੇ, ਧੂਣੇ ਲਾਉਣੇ, ਬੜੇ ਵੱਡੇ ਵੱਡੇ ਦਾਨ ਕਰਨੇ ਤੇ ਸੰਜਮ ਰੱਖਣੇ, ਇਸ ਤੇ ਪ੍ਰਾਪਤ ਹੋਏ ਸੁਖਾਰੇ। ਤੇ ਕਹਿੰਦੇ ਜਿੰਨਿਆਂ ਇਹਨਾਂ ਦਾ ਫਲ ਹੈ ਨਾ ਜਪਾਂ ਤਪਾਂ ਦਾ, ਮਾਰੇ ਕਹਿੰਦੇ ਭਾਈ ਜੀਵਾ ਇਹਨਾਂ ਕੱਲੀ ਮਹਾਰਾਜ ਦੀ ਰਜਾ ਵਿੱਚ ਹੀ ਰਹਿ ਲਈਏ ਨਾ, ਤੇ ਇੰਨਾ ਫਲ ਵੈ ਜਿੰਨਾ ਜਪਾਂ ਤਪਾਂ ਦਾ, ਵੱਡੇ ਵੱਡੇ ਜਗ ਕੀਤਿਆਂ ਦਾ, ਪੁੰਨ ਕੀਤਿਆਂ ਦਾ, ਦਾਨ ਕੀਤਿਆਂ ਦਾ ਇੰਨਾ ਫਲ ਨਹੀਂ ਜਿੰਨਾ ਪਰਮੇਸ਼ਰ ਦੀ ਰਜਾ ਵਿੱਚ ਰਹਿਣ ਵਾਲੇ ਗੁਰਮੁਖਾਂ ਨੂੰ ਮਿਲਦਾ ਹੈ। ਸਿਮਰਹ ਸਤ ਨਾਮ ਕਰ ਪ੍ਰੀਤ। ਇਸ ਕਰਕੇ ਸੱਚੇ ਨਾਮ ਦੇ ਨਾਲ ਪ੍ਰੇਮ ਕਰ ਭਾਈ ਜੀਵਾ, ਤੇ ਪ੍ਰੀਤ ਕਰਕੇ ਪਰਮੇਸ਼ਰ ਨੂੰ ਸਿਮਰਨਾ ਕਰ। ਤਿਆਗਹ ਤਨ ਹੰਤਾ ਐਮ ਨੀਤ। ਤੇ ਤਨ ਦੀ ਹੰਤਾ ਜਿਹੜੀ ਵੈ ਉਹ ਛੱਡ ਦੇ ਭਾਈ। ਆਪਦੇ ਤਨ ਦੀ ਜਿਹੜੀ ਹੰਗਤਾ ਮੇਰ ਵੈ, ਮੇਰ ਭਾਵ ਹੈ, ਜਾਂ ਸਰੀਰ ਨੂੰ ਆਪਣਾ ਜਾਣਨਾ, ਇਹ ਭਾਈ ਆਪਦੇ ਮਨੋਂ ਕੱਢ ਦੇਣਾ ਕਰ। ਬ੍ਰਹਮ ਗਿਆਨ ਤਬ ਪਾਏ ਸੁਖੇਨ। ਤੇ ਕੀ ਹੋਵੇਗਾ ਫਿਰ, ਸੌਖਾ ਹੀ ਤੈਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ। ਜਨਮ ਮਰਨ ਪਨ ਬਨਹਿ ਕਦੇ ਨਾ। ਤੇ ਕਦੇ ਵੀ ਭਾਈ ਫਿਰ ਮੁੜ ਜਨਮ ਮਰਨ ਨਹੀਂ ਬਣੇਗਾ। ਜਨਮ ਮਰਨ ਦਾ ਜਿਹੜਾ ਵਾ ਨਾ, ਉਹ ਮਹਾਰਾਜ ਕਹਿੰਦੇ ਆ ਨਾ ਕਿ ਕਿਵ ਸਚਿਆਰਾ ਹੋਈਆ ਕਿਵ ਕੂੜਾ ਟੁੱਟਾ ਪਾਲ। ਕਿਵੇਂ ਭਾਈ ਪਰਮੇਸ਼ਰ ਦੀ ਨਿਗਾਹ ਵਿੱਚ ਸੱਚੇ ਹੋਈਦਾ। ਆ ਜਿਹੜੀ ਕੂੜ ਸੰਸਾਰ ਦੀ ਜਿਹੜੀ ਵੱਟ ਬਣੀ ਹੋਈ ਆ ਕਿਵੇਂ ਟੁੱਟੇਗੀ। ਮਾਰੇ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹੋ ਜੀ ਗਰੀਬ ਨਿਵਾਜ ਜੋ ਸਿਧਾਂਤ ਦੱਸ ਰਹੇ ਭਾਈ ਜੀਵਾ, ਜਿਹੜਾ ਵਾ ਉਹ ਮੁੜ ਬੌੜੋ ਕਦੇ ਜਨਮ ਮਰਨ ਵਿੱਚ ਨਹੀਂ ਪੈਂਦਾ ਹੈ, ਜਿਨ੍ਹਾਂ ਨੇ ਪਰਮੇਸ਼ਰ ਦਾ ਭਾਣਾ ਸਤ ਕਰਕੇ ਮੰਨਿਆ। ਸੁਣ ਜੀਵੇ ਤਬ ਬੰਧਨ ਕਰੀ। ਇਉਂ ਮਹਾਰਾਜ ਦੇ ਬਚਨ ਸੁਣ ਕੇ ਭਾਈ ਜੀਵਾ ਜੀਆਂ ਨੇ ਪਾਤਸ਼ਾਹ ਮਹਾਰਾਜ ਦੇ ਚਰਨੀ ਮੱਥਾ ਟੇਕਿਆ ਹੈ। ਸਤਿਗੁਰ ਸਿੱਖ ਭਲੀ ਔਰ ਧਰੀ। ਮਹਾਰਾਜ ਤੁਸੀਂ ਸੱਚਾ ਬਚਨ ਆਖਿਆ ਹੈ, ਹਿਰਦੇ ਵਿੱਚ ਧਾਰਨ ਕਰ ਲਿਆ ਚੰਗਾ ਜਾਣ ਕੇ। ਕੋਈ ਇੱਕ ਦਿਨ ਮਹਿ ਗਿਆਨੀ ਹੋਵਾ। ਤੇ ਮਹਾਰਾਜ ਦੀ ਸਿੱਖਿਆ ਲੈ ਕੇ ਕੁਝ ਕੁ ਦਿਨਾਂ 'ਚ ਹੀ ਬ੍ਰਹਮ ਗਿਆਨੀ ਬਣਿਆ ਭਾਈ ਜੀਵਾ ਜੀ। ਇਕ ਰੂਪ ਸਰਬ ਮਹਿ ਜੋਵਾ। ਸਾਰਿਆਂ ਵਿੱਚ ਹੁਣ ਇੱਕੋ ਹੀ ਪਰਮੇਸ਼ਰ ਦਾ ਰੂਪ ਜਿਹੜਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਸਾਰੇ ਪਾਸੇ ਹੁਣ ਭਾਈ ਜੀਵਾ ਨੂੰ ਪਰਮੇਸ਼ਰ ਦੇ ਰੂਪ ਹੀ ਦਿਸ ਰਹੇ ਹੈ। ਜੀਵਤ ਰਹਿਓ ਕਰੀ ਗੁਰ ਸੇਵਾ। ਕਵੀ ਜੀ ਕਹਿੰਦੇ ਬੜਾ ਸਮਾਂ ਫਿਰ ਜਿੰਨਾ ਸਮਾਂ ਵੀ ਇਹ ਜੀਂਦਾ ਜਿਉਂਦਾ ਰਹਿਆ ਸਰੀਰ ਕਰਕੇ ਭਾਈ ਜੀਵਾ ਤੇ ਮਹਾਰਾਜ ਦੀ ਬੜੀ ਸੇਵਾ ਕਰਦਾ ਰਹਿਆ। ਤਨ ਤਜ ਲੈ ਹੋਏ ਬ੍ਰਹਮ ਅਪੇਵਾ। ਤੇ ਸਰੀਰ ਜਿਹੜਾ ਵਾ ਉਹ ਜਦੋਂ ਛੱਡਿਆ ਇਹਨੇ ਭਾਈ ਜੀਵਾ ਸੱਚਖੰਡ ਗਿਆ, ਭਾਵ ਕਿ ਫਿਰ ਬ੍ਰਹਮ ਵਿੱਚ ਅਭੇਦ ਹੋ ਗਿਆ ਸੀ। ਮਹਾਰਾਜ ਨੇ ਇਹੋ ਜੀ ਦਇਆ ਕੀਤੀ। ਇਹ ਇਸੇ ਰਸਤੇ ਨਾਲ ਹੀ ਭਾਈ ਜੀਵੇ ਦਾ ਕਲਿਆਣ ਹੋਇਆ, ਜਿਹੜਾ ਖਾਲਸਾ ਦੀ ਭਾਣਾ ਮੰਨਣਾ ਹੈ।
ਪਰਮੇਸ਼ਰ ਦਾ ਭਾਣਾ ਮੰਨ ਕੇ ਹੀ ਜਿਹੜੀ ਵਾ ਸਤੋ ਗਤੀ ਪ੍ਰਾਪਤ ਹੋਈ ਆ ਭਾਈ ਜੀਵਾ ਜੀ ਨੂੰ। ਗੁਜਰ ਨਾਮ ਸੁਜਾਤ ਲੋਹਾਰ। ਇੱਕ ਮਹਾਰਾਜ ਅੱਗੇ ਉਹ ਕਵੀ ਸੰਤੋਖ ਸਿੰਘ ਜੀ ਦੱਸ ਰਹੇ ਵਾ, ਮਹਾਰਾਜ ਦਾ ਸਿੱਖ ਸੀ ਗੁਜਰ ਲੋਹਾਰ, ਲੋਹਾਰ ਜਾਤੀ ਦਾ ਗੁਜਰ ਜਿਸ ਦਾ ਨਾਮ ਹੈ। ਚੱਲ ਆਇਆ ਹਾ ਗੁਰ ਕੇ ਦਰਬਾਰ। ਤੇ ਖਡੂਰ ਸਾਹਿਬ ਮਹਾਰਾਜ ਗੁਰੂ ਅੰਗਦ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਪਹੁੰਚਾ ਹੈ। ਬੰਧਨ ਕਰ ਬੈਠਿਓ ਗੁਰ ਪਾਸ। ਗੁਜਰ ਲੋਹਾਰ ਨੇ ਨਮਸਕਾਰ ਕੀਤੀ, ਸਤਿਗੁਰਾਂ ਦੇ ਚਰਨੀ ਮੱਥਾ ਟੇਕ ਕੇ ਪਾਸ ਬੈਠ ਗਿਆ। ਦਰਸ਼ਨ ਦੇਖ ਕਰੀ ਅਰਦਾਸ। ਤੇ ਮਹਾਰਾਜ ਦੇ ਦਰਸ਼ਨ ਕੀਤੇ ਤੇ ਬੜ ਅਰਦਾਸੀਆਂ ਬੇਨਤੀ ਕਰਦਾ ਹੈ। ਸੁਣਹਾ ਗੁਰੂ ਜੀ ਹੇਤ ਆਹਾਰ। ਕਹਿੰਦਾ ਇਹ ਜਿਹੜਾ ਗੁਜਰ ਲੋਹਾਰ, ਹੇ ਗੁਰੂ ਅੰਗਦ ਪਾਤਸ਼ਾਹ ਜੀ ਸੁਣੋ ਮੇਰੀ ਬੇਨਤੀ। ਸਤਿਗੁਰੂ ਜੀ ਜਿਹੜੀ ਰੋਜੀ ਰੋਟੀ ਹੈ ਭੋਜਨ ਪਦਾਰਥ ਵਾਸਤੇ, ਜਿਨ ਸਗਰੇ ਹਮ ਠਾਨਹਿ ਕਾਰ। ਅਸੀਂ ਸਾਰਾ ਦਿਨ ਮਹਾਰਾਜ ਲੋਹਾ ਕੁੱਟਦੇ ਆ, ਸਾਰਾ ਦਿਨ ਸਾਨੂੰ ਕੰਮ ਕਰਨਾ ਪੈਂਦਾ, ਭਾਰੀ ਮਿਹਨਤ ਕਰਨੀ ਪੈਂਦੀ ਹੈ। ਫਸੇ ਗ੍ਰਹਸਤ ਪਾਏ ਨਾ ਅਵਿਕਾਸ। ਤੇ ਮਹਾਰਾਜ ਸਾਨੂੰ ਨਾਮ ਜਪਣ ਦਾ ਸਮਾਂ ਹੀ ਨਹੀਂ ਲੱਗਦਾ ਵਾ। ਅਸੀਂ ਗ੍ਰਸਤ ਦੇ ਵਿੱਚ ਕਬੀਲਦਾਰੀ ਵਿੱਚ ਐਸੇ ਫਸੇ ਹਾਂ। ਸੇਵਾ ਕਰਹਿ ਰਹਿ ਤੁਮ ਪਾਸ। ਸਾਡਾ ਵੀ ਦਿਲ ਕਰਦਾ ਵੀ ਅਸੀਂ ਸੇਵਾ ਕਰੀਏ, ਤੁਹਾਡੇ ਕੋਲ ਰਹੀਏ। ਹਮਰੋ ਭੀ ਕਿਮ ਹੋਏ ਕਲਿਆਣ। ਤੇ ਮਹਾਰਾਜ ਕਰੋ ਨਾ ਕਿਰਪਾ ਵੀ ਸਾਡਾ ਵੀ ਕਿਸੇ ਤਰ੍ਹਾਂ ਕਲਿਆਣ ਹੋ ਜਾਏ। ਵੀ ਸਮਾਂ ਨਹੀਂ ਸਾਡੇ ਕੋਲ ਮਹਾਰਾਜ, ਪੇਟ ਖਾਤਰ ਬੜਾ ਭਾਰੀ ਮੁਸ਼ੱਕਤ ਕੰਮ ਕਰਨਾ ਪੈਂਦਾ, ਲੋਹਾ ਕੁੱਟੀ ਦਾ, ਤੇ ਸਾਡਾ ਵੀ ਗਰੀਬ ਨਵਾਜ ਤੁਸੀਂ ਕਲਿਆਣ ਕਰ ਦਵੋ। ਜਨਮ ਮਰਨ ਦਾ ਬੰਧਨ ਹਾਨ। ਜਿਹੜੇ ਜੰਮ ਕੇ ਮਰਨ ਦੇ ਬੰਧਨ ਪਏ ਹੋਏ ਜੀਵਾਂ ਨੂੰ ਫੇਰ ਜੰਮਦੇ ਆ, ਇਹ ਜੰਮਣ ਮਰਨ ਦਾ ਬੰਧਨ ਜਿਹੜਾ ਮਹਾਰਾਜ ਕਿਰਪਾ ਕਰਕੇ ਸਾਡਾ ਨਾਸ਼ ਕਰ ਦੇਵੋ। ਸੁਣ ਸਤਿਗੁਰ ਕੀਣਸ ਉਪਦੇਸ਼। ਸੁਣ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਆਏ, ਗੁਜਰ ਲੋਹਾਰ ਤਾਈਂ ਫਿਰ ਮਹਾਰਾਜ ਜੀ ਉਪਦੇਸ਼ ਕੀਤਾ ਹੈ। ਇੱਕ ਚਿਤ ਜਪਜੀ ਪੜ੍ਹਾ ਪਠਾ ਹਮੇਸ਼। ਮਹਾਰਾਜ ਕਹਿੰਦੇ ਭਾਈ ਪੁਰਖਾ ਹਮੇਸ਼ਾ ਇੱਕ ਚਿਤ ਕਾਗਰ ਹੋ ਕਰਕੇ ਨਾ ਜਪਜੀ ਸਾਹਿਬ ਦੀ ਬਾਣੀ ਪੜ੍ਹੀ ਜਾਇਆ ਕਰ। ਜੇ ਤਕ ਵਾਰ ਪਠਿਓ ਨਿਤ ਜਾਏ। ਸਾਰਾ ਦੇਣੀ ਨਾਲੇ ਕੰਮ ਕਰ ਲਿਆ ਕਰ, ਤੇ ਜਿੰਨੀ ਵਾਰੀ ਵੀ ਜਪਜੀ ਸਾਹਿਬ ਪੜ੍ਹ ਹੁੰਦਾ ਤੂੰ ਨਾਲ ਨਾਲ ਪੜ੍ਹੀ ਜਾਣਾ ਹੈ। ਪਠਤ ਰਹਾ ਦੀਰਘ ਫਲ ਪਾਏ। ਜੇ ਇਉਂ ਪੜ੍ਹਦਾ ਰਹੇਗਾ ਤੇ ਤੈਨੂੰ ਕੋਈ ਨਾ ਜ਼ਰੂਰ ਬੜਾ ਵੱਡਾ ਪ੍ਰਾਪਤੀ ਹੋਵੇਗੀ, ਬੜਾ ਫਲ ਮਿਲੇਗਾ। ਭਿਖਾ ਗਰੀਬ ਕਾਜ ਕਰ ਦੀਜੈ। ਤੇ ਇੱਕ ਹੋਰ ਵਾ ਮਹਾਰਾਜ ਕਹਿੰਦੇ, ਜੇ ਤੈਨੂੰ ਕੋਈ ਗਰੀਬ ਟੱਕਰੇ ਤੇ ਉਹ ਗਰੀਬ ਜਾਣ ਕੇ ਨਾ ਉਹਦਾ ਕੰਮ ਜਿਹੜਾ ਵਾ ਕਰ ਦਿਆ ਕਰ। ਨਹਿ ਤਿਸ ਨਿਕਟ ਮਜੂਰੀ ਲੀਜੈ। ਤੇ ਉਹ ਗਰੀਬ ਜਾਣ ਕੇ ਉਹਦਾ ਕੰਮ ਕਰਨਾ, ਪਰ ਉਹ ਤੋਂ ਪੈਸੇ ਨਹੀਂ ਲੈਣੇ ਵਾ, ਉਹਦਾ ਕੰਮ ਜਿਹੜਾ ਮੁਫਤੀ ਕਰ ਦਿਆ ਕਰੀ। ਜਪਜੀ ਅਰਥ ਵਿਚਾਰਨ ਕਰੋ। ਤੇ ਨਾਲ ਰੋਜ਼ ਜਪਜੀ ਸਾਹਿਬ ਦੀ ਬਾਣੀ ਪੜ੍ਹਿਆ ਕਰ, ਜਪਜੀ ਸਾਹਿਬ ਦੇ ਅਰਥਾਂ ਦਾ ਵਿਚਾਰ ਕਰਿਆ ਕਰ। ਸਾਸ ਸਵਾਸ ਅੰਤਰ ਨਿਤ ਧਰੋ। ਤੇ ਸਵਾਸ ਸਵਾਸ ਜਪਜੀ ਸਾਹਿਬ ਦੀ ਬਾਣੀ ਨੂੰ ਨਿਤਾ ਪ੍ਰਤੀ ਅੰਤਰ ਹਿਰਦੇ ਵਿੱਚ ਧਰਨਾ, ਅੰਤਰਮੁਖੀ ਬਿਰਤੀ ਕਰਕੇ ਜਿਹੜੀ ਵੇ ਬਾਣੀ ਪੜ ਤੇ ਇਸ ਦੇ ਅਰਥਾਂ ਨੂੰ ਹਿਰਦੇ ਵਿੱਚ ਵਸਾ ਲਈ। ਗੁਰੂ ਨਿਮਿਤ ਕਰਹਾ ਜਤ ਪ੍ਰੀਤ। ਤੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਨਾ ਮਹਾਰਾਜ ਗੁਰੂ ਆਪਣੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਜਾਂ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦੀ ਖੁਸ਼ੀ ਲੈਣੀ ਆ, ਤੇ ਕਾਰਜ ਜਿਹੜੇ ਵੇ ਪ੍ਰੀਤੀ ਸਹਿਤ ਕਰਨੀ ਵਾ ਸੇਵਾ। ਦਇਆ ਕਰਹਾ ਦੀਨਨ ਪਰਨੀਤ। ਜੇ ਕੋ ਗਰੀਬ ਟੱਕਰੇ ਵਾ ਜਾਂ ਕੋ ਨਮਾਣਾ ਵਾ, ਉਹ ਗਰੀਬ ਜਾਣ ਕੇ ਉਹਦੇ ਤੇ ਸਦਾ ਦਇਆ ਕਰਨੀ ਹੈ। ਜੋ ਆਪਣੀ ਕਛ ਕਰਹਾ ਕਮਾਈ। ਜਿਹੜੀ ਤੂੰ ਕਮਾਈ ਕਰੇਗਾ, ਜਿਹੜੇ ਉਹ ਭਾਵ ਤੈਨੂੰ ਸਾਰੀ ਕਮਾਈ ਵਿੱਚੋਂ ਜਿਹੜੀ ਮਾਇਆ ਬਚ ਜਾਵੇਗੀ। ਗੁਰ ਹਿਤ ਦੇਹੋ ਦਸਵੰਧ ਬਣਾਈ। ਤੇ ਉਹਦੇ ਵਿੱਚੋਂ ਆਪਣੀ ਦਸਾਂ ਨੌਹਾਂ ਦੀ ਕਮਾਈ ਵਿੱਚੋਂ ਗੁਰੂ ਵਾਸਤੇ ਤੂੰ ਦਸਵੰਧ ਪਾਈ, 10ਵਾਂ ਹਿੱਸਾ ਬਣਾ ਕੇ ਜ਼ਰੂਰ ਕੱਢਣਾ ਹੈ। ਸਾਧਕ ਸਿੱਖ ਆਏ ਜੋ ਡੇਰੇ। ਤੇ ਜੇ ਤੇਰੇ ਕੋਈ ਸਾਧਕ, ਕੋਈ ਸਾਧੂ ਜਾਂ ਚੰਗਾ ਪੁੱਜਿਆ ਹੋ, ਕੋਈ ਸਿੱਖ ਤੇਰੇ ਡੇਰੇ ਤੇ ਤੇਰੇ ਘਰ ਵਿੱਚ ਆ ਜਾਵੇ, ਕਰਹਾ ਸੇਵ ਧਰ ਪ੍ਰੇਮ ਕਨੇਰੇ। ਤੇਰੇ ਡਾਢਾ ਪ੍ਰੇਮ ਹਿਰਦੇ ਵਿੱਚ ਧਾਰ ਕੇ ਉਹ ਸਿੱਖ ਦੀ ਭਾਈ ਗੁਜਰ ਲੋਹਾਰ ਤੂੰ ਸੇਵਾ ਕਰਿਆ ਕਰ। ਸੁਣੋ ਉਪਦੇਸ਼ ਹਿਰਦੇ ਤਨ ਤਿਨ ਧਾਰਾ। ਸੁਣ ਕੇ ਉਪਦੇਸ਼ ਭਾਈ ਗੁਜਰ ਨੇ ਤੇ ਮਹਾਰਾਜ ਦੀ ਸਿੱਖਿਆ ਹਿਰਦੇ ਵਿੱਚ ਧਾਰ ਲਈ ਹੈ। ਜਿਮ ਗੁਰੂ ਕਹਿਓ ਕਰਹਿ ਤਮਕਾਰਾ। ਜਿਵੇਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਹੁਕਮ ਕੀਤਾ, ਇਹ ਗੁਜਰ ਲੋਹਾਰ ਉੱਤੇ ਇਸੇ ਤਰ੍ਹਾਂ ਹੀ ਕਾਰਜ ਕਰਦਾ ਹੈ। ਆਏ ਗਏ ਨੂੰ ਪ੍ਰਸ਼ਾਦਾ ਛਕਾਉਂਦਾ, ਸਾਰਾ ਦਿਨ ਜਪਜੀ ਸਾਹਿਬ ਦੀ ਬਾਣੀ ਪੜ੍ਹਦਾ ਹੈ,
ਜੇ ਕੋਈ ਗਰੀਬ ਟੱਕਰ ਜਾਂਦਾ ਉਹਦਾ ਕਾਰਜ ਵੀ ਕਰ ਦਿੰਦਾ, ਮਾਇਆ ਨਹੀਂ ਲੈਂਦਾ। ਜਿੰਨਾ ਕੋ ਉਹ ਕਮਾਈ ਕਰਦਾ ਜਦੋਂ 10ਵਾਂ ਹਿੱਸਾ ਕੱਢ ਕੱਢ ਕੇ ਗੁਰੂ ਕੇ ਚਰਨੀ ਹਾਜ਼ਰ ਕਰਦਾ ਹੈ। ਗ੍ਰਹਸਤੀ ਭਗਤ ਹੋਤੇ ਤਿਸ ਗ੍ਰਾਮ ਏਕੇ ਦਿਨ ਪਿੰਡ ਦੇ ਵਿੱਚ ਹੀ ਕੋਈ ਭਗਤ ਸੀਗੇ, ਉਹ ਹੈ ਉਹ ਗ੍ਰਹਸਤੀ ਸੀਗੇ, ਪਰਿਵਾਰ ਵਾਲੇ, ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਭਗਤ। ਤੁਹ ਮਤ ਦੇ ਕਰ ਤਿਨ ਕੇ ਨਾਮ ਤੇ ਕਿਸੇ ਨੇ ਉਹ ਚਾਰਿਆਂ ਭਗਤਾਂ ਤੇ ਝੂਠੀ ਤੋਹਮਤ ਲਾ ਦਿੱਤੀ, ਉਹਨਾਂ ਦੋਹਾਂ ਭਗਤਾਂ ਤੇ। ਗਹਿ ਕਰ ਪਾਏ ਨਾ ਪਾਏ ਸੋ ਬੇਰੀ ਪਰ ਰਾਜੇ ਨੇ ਉਹ ਦੋਵੇਂ ਹੀ ਫੜ ਕੇ ਤੇ ਬੇੜੀਆਂ ਲਾ ਕੇ ਤੇ ਉਹਨਾਂ ਨੂੰ ਜਿਹੜਾ ਵਾ ਉਹ ਕਾਰਗਰ ਵਿੱਚ ਬੰਦ ਕਰ ਦਿੱਤਾ। ਕਾਰਾਗ੍ਰਹਿ ਮਹਿ ਦੀਨ ਸਗੇਰੀ ਉਹ ਦੋਹਾਂ ਨੂੰ ਭਗਤਾਂ ਵਿਚਾਰਿਆਂ ਨੂੰ ਬੇੜੀਆਂ ਲਾ ਮੂਰਖ ਰਾਜੇ ਨੇ ਜਾ ਕਾਰਗਾ ਵਿੱਚ ਬੰਦ ਕੀਤਾ। ਕਿਸੇ ਨੇ ਝੂਠੀ ਉਹ ਤੋਹਮਤ ਲਾ ਦਿੱਤੀ। ਰਾਜਾ ਉਹ ਚੁੱਕ ਪਿੱਛੇ ਆ ਕਰਕੇ ਉਹ ਭਗਤਾਂ ਨੂੰ ਜਿਹੜਾ ਵਾ ਉਹ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ। ਕਿਤੇਕ ਦਿਵਸ ਹੋਏ ਪ੍ਰਭੂ ਸਹਾਏ ਤੇ ਕੁਝ ਕੁ ਦਿਨ ਤਾਂ ਵਿਚਾਰੇ ਉਹ ਜੇਲ੍ਹ ਵਿੱਚ ਰਹੇ, ਪਰ ਮਿਹਰਾਮਤ ਕੀਤੀ ਆਪਦੇ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਰਾਮ ਰਾਜੇ। ਮਿਹਰਾਮਤ ਕੀਤੀ ਪਰਮੇਸ਼ਰ ਨੇ, ਕਿਸੇ ਤਰ੍ਹਾਂ ਇਹਨਾਂ ਦੀ ਜਿਹੜੀ ਵਾ ਉਹ ਬੰਦ ਖਲਾਸੀ ਹੋ ਗਈ, ਜੇਲ੍ਹ ਚੋਂ ਛੁਟਕਾਰਾ ਹੋ ਗਿਆ। ਕੇਸ ਬਿਦ ਤੇ ਦੀਨੇ ਨਕਸਾਏ ਆ ਪ੍ਰਭੂ ਪਰਮੇਸ਼ਰ ਨੇ ਕਿਸੇ ਤਰੀਕੇ ਦੇ ਨਾਲ ਇਹ ਦੋਹੇ ਜਿਹੜੇ ਵਾ ਭਗਤ ਰਾਵ ਦੇ ਪਿਆਰੇ ਜੇਲ੍ਹ ਵਿੱਚੋਂ ਬਾਹਰ ਕਢਵਾ ਦਿੱਤੇ ਆ। ਅਰਧ ਰਾਤ ਮਹਿ ਸੋ ਚਲ ਆਏ ਭਾਵ ਕੋ ਭੱਜੇ ਤਾਂ ਚੋਰੀ ਵਾਂਗੀ, ਜਾਂ ਦਰਵਾਜ਼ੇ ਖੁੱਲ ਗਏ ਕਹਿ ਲੋ, ਤੇ ਅੱਧੀ ਰਾਤ ਨੂੰ ਇਹ ਗੁੱਜਰ ਲੋਹਾਰ ਦੇ ਘਰੇ ਆ ਗਏ ਆ। ਸ਼੍ਰਿੰਖਲ ਤਿਨ ਕੇ ਪਾਏ ਨ ਪਾਏ ਤੇ ਉਹ ਇਹਨਾਂ ਦੇ ਪੈਰਾਂ ਵਿੱਚ ਬੇੜੀਆਂ ਨਹੀਂ, ਉਹ ਸੰਗਲ ਜੇ ਤਿਵੇਂ ਹੀ ਪਾਏ ਹੋਏ ਆ। ਗੁੱਜਰ ਨਾਮ ਲਹਾਰ ਆਵਾਸ ਤੇ ਇਹਨਾਂ ਗੁੱਜਰ ਨਾਮੇ ਲੋਹਾਰ ਦੇ ਘਰ ਵਿੱਚ ਆ ਗਏ ਦੋਹੇ ਜਣੇ। ਆਏ ਕਹਿਓ ਤਿਨ ਇਸ ਕੇ ਪਾਸ ਇਹਦੇ ਕੋਲ ਆ ਕਰਕੇ ਗੁੱਜਰ ਲੋਹਾਰ ਤਾਈਂ ਦੋਵੇਂ ਕੈਦੀ ਜਿਹੜੇ ਭਗਤ ਰੱਬ ਦੇ ਪਿਆਰੇ ਬੋਲੇ ਆ। ਪ੍ਰਭ ਨਿਮਿਤ ਦੇਹ ਬੰਧਨ ਕਾਟ ਕਹਿੰਦੇ ਇਹ ਲੋਹਾਰ ਪਰਮੇਸ਼ਰ ਦੇ ਵਾਸਤੇ, ਰਾਮ ਪ੍ਰਭੂ ਅੱਲਾ ਦੇ ਵਾਸਤੇ ਆ ਸਾਡੀਆਂ ਬੇੜੀਆਂ ਭਾਈ ਸੰਗਲ ਕੱਟ ਦੇ ਤੂੰ। ਤੁਝ ਕੋ ਹੋਏ ਨਾ ਜਮ ਕੀ ਬਾਟ ਤੇ ਤੈਨੂੰ ਕਦੇ ਜਮ ਦਾ ਰਾਹ ਨਾ ਵੇਖਣਾ ਪਵੇਗਾ। ਇਉਂ ਅਸੀਂ ਤੈਨੂੰ ਕਹਿੰਦੇ ਹਾਂ ਸਾਡੀ ਆ ਜਿਹੜੀ ਵਾ ਬੇੜੀਆਂ ਕੱਟ ਦੇ, ਪਰਮੇਸ਼ਰ ਦਾ ਤੈਨੂੰ ਵਾਸਤਾ ਹੈ ਤੇ ਪਰਮੇਸ਼ਰ ਕਦੇ ਤੈਨੂੰ ਜਮ ਦਾ ਰਾਹ ਨਾ ਵਿਖਾਵੇ। ਸੁਨ ਕਰ ਸੁਖ ਚਿਉ ਹਿਰਦੇ ਵਿਸਾਲਾ ਸੁਣ ਕੇ ਸਾਧ ਸੰਗ ਜੀ ਵਿਚਾਰਾ ਡਰ ਗਿਆ ਹੂੰ ਗੁੱਜਰ ਲੋਹਾਰ ਜਿਹੜਾ ਹੈ। ਮੈਂ ਜੇ ਮੁਝ ਜਾਣ ਲੇਹ ਮਹਿ ਪਾਲਾ ਡਰਿਆ ਕਿਉਂ ਵੀ ਕਹਿੰਦਾ ਵੀ ਜੇ ਪਤਾ ਲੱਗ ਗਿਆ ਵੀ ਹੈ ਤਾਂ ਇਹ ਬੰਦੀ, ਜੇ ਰਾਜੇ ਨੇ ਛੱਡੇ ਹੁੰਦੇ ਤੇ ਰਾਤ ਨੂੰ ਕਿਉਂ ਦੇ ਬੇੜੀਆਂ ਵੀ ਪਾਈਆਂ ਹੋਈਆਂ, ਤੇ ਜੇ ਇਹਨਾਂ ਦੇ ਮੈਂ ਸੰਗਲ ਬੇੜੀਆਂ ਕੱਟ ਦਿੱਤੀਆਂ, ਜੇ ਰਾਜੇ ਨੂੰ ਪਤਾ ਲੱਗ ਗਿਆ ਤੇ ਗਹਿ ਲਹਿ ਸਗਰੋ ਪਰਵਾਰਾ ਉਹ ਰਾਜਾ ਸਾਰਾ ਹੀ ਮੇਰਾ ਪਰਿਵਾਰ ਪਕੜ ਲਵੇਗਾ ਮੇਰੇ ਸਮੇਤ। ਜ਼ਾਲਮ ਵੱਡੋ ਕਰਾਵਹਿ ਮਾਰਾ ਇਹ ਵੱਡਾ ਜ਼ਾਲਮ ਜਿਹੜਾ ਰਾਜਾ ਵੇ ਵੱਡੀ ਮਾਰ ਕਰਾਵੇਗਾ, ਜਾਂ ਵੱਡਿਆਂ ਜ਼ਾਲਮਾਂ ਤੋਂ ਮੈਨੂੰ ਮੇਰੇ ਪਰਿਵਾਰ ਸਾਰੇ ਨੂੰ ਮਰਵਾ ਦੇਵੇਗਾ। ਤਰਾਸ ਪਾਏ ਕਰ ਬਹਰ ਵਿਚਾਰਾ ਇਹ ਵਿਚਾਰਾ ਗੁੱਜਰ ਲੋਹਾਰ ਡਰ ਗਿਆ ਰਾਜੇ ਦੇ ਡਰੋਂ, ਤੇ ਪਹਿਲਾਂ ਡਰਿਆ ਤੇ ਬਾਅਦ ਵਿੱਚ ਮਨ ਵਿੱਚ ਨਾਲ ਵਿਚਾਰ ਕੀਤੀ ਹੈ। ਗੁਰ ਮੁਝ ਪ੍ਰਾਤ ਉਪਦੇਸ਼ ਉਚਾਰਾ ਕਹਿੰਦਾ ਹੈ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਮੈਨੂੰ ਉਪਦੇਸ਼ ਦਿੱਤਾ ਸੀ, ਇਹ ਮੱਤ ਦਿੱਤੀ ਸੀ ਪ੍ਰਭ ਨਿਮਿਤ ਕਾਰਜ ਕਰ ਲੀਜੈ ਵੀ ਜੇ ਕੋਈ ਪਰਮੇਸ਼ਰ ਦਾ ਵਾਸਤਾ ਪਾਵੇ ਤੇ ਉਹਦਾ ਕਾਰਜ ਨਹੀਂ ਵਿੱਚ ਰਹਿਣ ਦੇਣਾ, ਜ਼ਰੂਰ ਕਰਨਾ ਹੈ। ਜਿਹੋ ਜਿਹਾ ਮਰਜ਼ੀ ਹੋਵੇ ਪਰਮੇਸ਼ਰ ਦਾ ਵਾਸਤਾ ਪਾਵੇ ਤੈਨੂੰ ਕੋਈ ਨਹੀਂ ਬਿਲਾਂਬ ਕਿਸੀ ਵਿਦ ਕੀਜੈ ਤੇ ਕਿਸੇ ਤਰ੍ਹਾਂ ਵੀ ਭਾਈ ਗੁੱਜਰ ਤੂੰ ਦੇਰੀ ਨਾ ਕਰੀ ਕਦੇ ਵੀ। ਸੋ ਨਹਿ ਛੋਡਾ ਹੋਏ ਸੋ ਹੋਏ ਕਹਿੰਦਾ ਹੋ ਜਾਵੇ ਫਿਰ ਰਾਜਾ ਜੋ ਕਰਦਾ ਕਰੇ, ਮੈਂ ਫਿਰ ਪਰਮੇਸ਼ਰ ਗੁਰੂ ਅੰਗਦ ਦੇਵ ਮਹਾਰਾਜ ਦਾ ਹੁਕਮ ਹੋਇਆ ਮੈਂ ਮਹਾਰਾਜ ਦਾ ਬਚਨ ਪਾਲਾਂਗਾ ਕਿ ਜੇ ਕੋਈ ਰੱਬ ਦਾ ਪਰਮੇਸ਼ਰ ਦਾ ਵਾਸਤਾ ਪਾਵੇ ਉਹਦੀ ਜ਼ਰੂਰ ਜਿਹੜੀ ਵਾ ਬਾਂਹ ਫੜਨੀ, ਸਹਾਇਤਾ ਕਰਨੀ ਹੈ। ਇਹ ਮਨ ਵਿੱਚ ਵਿਚਾਰ ਕੇ ਫਿਰ ਕਹਿੰਦਾ ਜੋ ਵੀ ਰਾਜਾ ਕਰ ਲਵੇ ਤੋ ਮੈਂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦਾ ਕੀਤਾ ਬਚਨ ਨਹੀਂ ਛੱਡਾਂਗਾ। ਸੰਤ ਕਹੇ ਲੋਕਣ ਸੁਖ ਦੋਏ ਤੇ ਨਾਲੇ ਆ ਸੰਤ ਵੀ ਕਹਿ ਰਹੇ ਵੀ ਤੈਨੂੰ ਦੋਹਾਂ ਲੋਕਾਂ ਵਿੱਚ ਸੁਖ ਮਿਲੇਗਾ। ਏਮ ਵਿਚਾਰ ਕਰ ਬਿਲਮ ਨ ਕੀਨ ਐਵੇਂ ਗੁੱਜਰ ਲੋਹਾਰ ਨੇ ਵਿਚਾਰ ਕਰਕੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦਾ ਬਚਨ ਪਾਲਣਾ ਕੀਤਾ ਤੇ ਦੇਰੀ ਨਹੀਂ ਕੀਤੀ ਹੈ। ਉਠੋ ਤਤਕਾਲ ਕਾਟ ਕਰ ਦੀਨਾ ਤੇ ਉਹ ਲੋਹਾਰ ਸੀ ਨਾ ਝਾਟੀ ਉੱਠਿਆ, ਆਪਦੇ ਸੰਦ ਪੈੜੇ ਨਾਲ ਉਹਨਾਂ ਦੋਹਾਂ ਦੀਆਂ ਬੀੜੀਆਂ ਕੱਟ ਦਿੱਤੀਆਂ ਹਨ। ਆਸਖ ਦੇਤ ਗਏ ਨਿਜ ਦੇਸ ਤੇ ਆਪਦੇ ਦੇਸ਼ ਗਏ, ਫਿਰ ਜਿੱਥੋਂ ਆਏ ਸੀ ਉਹ ਜਿਹੜੇ ਇਹ ਇਹਦੇ ਨਗਰ ਦੇ ਹੀ ਸੰਤ ਕਹਿ ਲਓ ਜਾਂ ਇਹਨਾਂ ਨਗਰਾਂ ਦੇ,
ਤੋ ਇਹਨੂੰ ਬੜੀਆਂ ਅਸੀਸਾਂ ਦੇ ਰਹੇ ਆ ਜਿਹੜੇ ਭਾਈ ਗੁੱਜਰ ਲੋਹਾਰ ਦੇ ਤਾਈ। ਉਪਜਿਓ ਇਸਕੇ ਗਿਆਨ ਵਿਸ਼ੇਸ਼। ਤੇ ਜਦ ਹੀ ਇਹਨਾਂ ਸਾਧੂਆਂ ਨੇ ਫਿਰ ਇਹਨੂੰ ਆਖਿਆ, ਭਾਈ ਤੈਨੂੰ ਮਹਾਰਾਜ ਦਇਆ ਕਰੇ, ਖੁਸ਼ੀਆਂ ਬਖਸ਼ੇ, ਸੱਚੇ ਪਾਤਸ਼ਾਹ ਤੈਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕਰੇ। ਇਹਨਾਂ ਸਾਧੂਆਂ ਦੇ ਖਾਲਸਾ ਦੀ ਮੁਖੋਂ ਕਹਿਣ ਦੀ ਦੇਰ ਸੀਗੀ, ਭਾਈ ਗੁੱਜਰ ਲੋਹਾਰ ਨੂੰ ਫਿਰ ਪਰਮੇਸ਼ਰ ਨੇ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ। ਇਉਂ ਨਿਸਤਾਰਾ ਮਹਾਰਾਜ ਨੇ ਜੁਗਤੀ ਨਾਲ ਭਾਈ ਗੁੱਜਰ ਲੋਹਾਰ ਦਾ ਕੀਤਾ। ਚਾਹੇ ਆਪ ਮਹਾਰਾਜ ਖਾਲਸਾ ਜੀ ਗੁਰੂ ਅੰਗਦ ਪਾਤਸ਼ਾਹ ਜੀ ਕਦੇ ਕਰਾਮਾਤ ਨਹੀਂ ਵਿਖਾਉਂਦੇ ਸੀਗੇ। ਆ ਪਿੱਛੇ ਪ੍ਰਸੰਗ ਆ ਹੀ ਗਿਆ ਜਦੋਂ ਭਾਈ ਜੀਵਾ ਜੀ ਕਹਿੰਦੇ ਮਹਾਰਾਜ ਹਨੇਰ ਰੁਕ ਜਾਵੇ, ਤੇ ਮਹਾਰਾਜ ਕਹਿੰਦੇ ਨਹੀਂ ਭਾਈ, ਰਾਜਾ ਚ ਰਾਜੀ ਰਹਿਣ ਵਿੱਚ ਹੀ ਸਾਰੇ ਸੁੱਖ ਤੇ ਆਨੰਦ ਹੁੰਦੇ ਆ। ਭਾਈ ਜੀਵਾ, ਪਰਮੇਸ਼ਰ ਜੋ ਕਰਦਾ ਉਹ ਆਪਾਂ ਸਿਆਣੇ ਨਹੀਂ, ਉਹਦੇ ਨਾਲ ਉਹ ਚੰਗਾ ਹੀ ਕਰਦਾ ਹੈ। ਤੋ ਇੱਥੇ ਵੀ ਖਾਲਸਾ ਜੀ ਭਾਈ ਗੁੱਜਰ ਲੋਹਾਰ ਦੇ ਪ੍ਰਥਾਏ ਜਿਹੜਾ ਪ੍ਰਸੰਗ ਹੈ, ਮਹਾਰਾਜ ਨੇ ਹੁਣ ਕਰਾਮਾਤ ਨਾ ਵਿਖਾਈ, ਤੇ ਉਹ ਦੋ ਸਾਧੂਆਂ ਦੇ ਜਰੀਏ ਭਾਈ ਗੁੱਜਰ ਲੋਹਾਰ ਦਾ ਉਧਾਰਾ ਕੀਤਾ। ਭਾਵ ਕੇ ਖਾਲਸਾ ਜੀ ਜੋ ਵੀ ਗੁਰੂ ਕੇ ਬਚਨ ਮੰਨੇ, ਗਰੀਬ ਨਵਾਜ ਉਸੇ ਦੇ ਉਧਾਰਾ ਕਰਦੇ ਵੈ। ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਜਿਹੜੇ ਖਾਲਸਾ ਜੀ ਮੰਨਣ ਵਾਲੇ ਵੈ, ਸੁਣਨ ਵਾਲੇ ਬਹੁਤ ਵੈ। ਜਿਨ੍ਹਾਂ ਮੰਨਿਆ ਖਾਲਸਾ ਜੀ, ਜਿਨ ਜਨ ਸੁਣੀ ਮੰਨੀ ਹੈ ਜਿਨ ਜਨ, ਉਹ ਖਾਲਸਾ ਜੀ ਜਿਹੜੇ ਹਨ ਜਿਨ੍ਹਾਂ ਨੇ ਮੰਨਿਆ ਪਰਮੇਸ਼ਰ ਦਾ ਭਾਣਾ, ਪਰਮੇਸ਼ਰ ਦਾ ਹੁਕਮ, ਗੁਰੂ ਦੀ ਸਿੱਖਿਆ ਮੰਨੀ ਵੈ, ਉਹਨਾਂ ਦਾ ਫਿਰ ਖਾਲਸਾ ਜੀ ਪਰਮੇਸ਼ਰ ਜਿਹੜਾ ਵੈ ਵਿਧੀ ਨਾਲ ਕਿਵੇਂ ਉਹਨਾਂ ਦਾ ਉਧਾਰ ਕਰਦਾ ਹੈ। ਭਾਈ ਗੁੱਜਰ ਲੋਹਾਰ ਦਾ ਪ੍ਰਸੰਗ ਆਪਾਂ ਸਭ ਸੰਗਤਾਂ ਨਾਲ ਮਿਲ ਕਰਕੇ ਵਿਚਾਰ ਕੀਤਾ। ਅੱਗੇ ਧਿੰਗਾ ਨਾਈ ਜਾਂ ਜਿਹੜਾ ਵਾ ਧਿੰਗਾ ਰਾਜਾ ਜਾਤ ਦਾ ਜਿਹੜਾ ਵਾ ਉਹਦੀ ਬਾਬਤ ਜਿਹੜਾ ਪ੍ਰਸੰਗ ਆਵੇਗਾ ਕਵੀ ਜੀਆਂ ਜਿਵੇਂ ਲਿਖਿਆ ਵੈ, ਉਹ ਸਾਰਾ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਵਿੱਚ ਵਿਚਾਰਾਂਗੇ। ਹੁਣ ਸਮਾਂ ਹੋਇਆ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਸਭ ਸੰਗਤਾਂ ਦੇ ਦਰ ਹਾਜ਼ਰੀ ਪ੍ਰਵਾਨ ਕਰਨ, ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਜੀ। ਆਸਿਖ ਦੇਤ ਗਏ ਨਿਜ ਦੇਸ, ਉਪਜਿਓ ਇਸਕੇ ਗਿਆਨ ਵਿਸ਼ੇਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਘਨਾਸ, ਹੈ ਪੂਰਨ ਹੈ ਸਰਬ ਮਹਿ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ, ਹੇ ਸੰਤਹਿ ਕੈ ਸਦਾ ਸੰਗ ਨਿਧਾਰ। ਆਧਾਰ ਹੇ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖਾਹੀਐ ਪਰੋਇ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਣ ਹਸ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨਹਾਰ। ਜੋ ਸਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।